जी। तुमरी सरन तुम तुमहि सज्जन सोहेले, राखो राखनहार दयाला। नानक घर के गोले, पाएंगे जब ते तुमरे, तब ते को आँख तरे नहीं अन्यो। राम रहीम पुराण कुरान, अनेक कह मत एक न मन्यो। सिमरत शास्त्र भेद सब, बहु भेद कह हम एक न जान्यो। श्री असपान कृपा तुमरी कर, मैं ना कहयो। सब तोहे बखान्यो। श्री असपान कृपा तुमरी कर, मैं ना कहयो। सब तोहे बखान्यो। जे जे तुमरे ध्यान को, नित उठ ध्याए हैं संत। अंत लहेंगे मुक्त फल, पावेंगे भगवंत। सुखौ टल गुर सेविय, ऐनिस सहज सुभाए। दर्शन परसिय गुरु के, जन्म मरण दुख जाए। होवै सिफत खसामदी, नूर हरसों कुरसों छटिय। तुध डिठे सच्चे पातशाह, माल जन्म जन्म दी कटिय। तुध डिठे सच्चे पातशाह, माल जन्म जन्म दी कटिय। सतनाम श्री वाहिगुरु साहिब जीओ। राग धनासरी महला पंजवा। एक ओंकार सतगुर प्रसाद। आहा प्रभ राख ले हो, हम ते किछु न होए मेरे स्वामी। कर कृपा अपना नाम देहो रहाओ। अग्न कुटुंब सागर संसार, परम मोह अज्ञान अंधार। आहा प्रभ राख ले हो। वाहिगुरु जी का खालसा, वाहिगुरु जी की फतेह। पतित पावन किरपा निधान गरीब नवाज सतगुरु गुरु ग्रंथ ਸਾਹਿਬ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਦਾ ਆਨੰਦ ਮਾਣ ਰਹੀ ਗੁਰੂ ਕੀ ਸੰਗਤ। ਸਤਿਗੁਰਾਂ ਨੇ ਅੰਮ੍ਰਿਤ ਵੇਲੇ ਦੇ ਇਹ ਜੋ ਸੁਭਾਗੇ ਸਮੇਂ ਹਨ ਉਹ ਸਾਨੂੰ ਬਖਸ਼ਿਸ਼ ਕੀਤੇ। ਸਤਿਗੁਰਾਂ ਦੀ ਇਲਾਹੀ ਅਗੰਮੀ ਬਾਣੀ ਦੇ ਕੀਰਤਨ ਦੀਆਂ ਦਾਤਾਂ ਅੰਮ੍ਰਿਤ ਵੇਲੇ ਤੋਂ ਆਪ ਸੰਗਤ ਸਰਵਨ ਕਰ ਰਹੇ ਸੀ।
ਸਤਿਗੁਰੂ ਜੀਆਂ ਦਾ ਫਰਮਾਨ ਹੈ, ਕਲ ਯੁਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ, ਆਪ ਤਰੈ ਸਗਲੇ ਕੁਲ ਤਾਰੇ, ਹਰ ਦਰਗਹਿ ਪਤ ਸਿਉ ਜਾਏਦਾ। ਕਲਯੁਗ ਦੇ ਅੰਦਰ ਪਰਮਾਤਮਾ ਦੀ ਕੀਰਤੀ ਨੂੰ ਪ੍ਰਧਾਨ ਲਿਖਿਆ ਹੈ, ਮੁੱਖ ਲਿਖਿਆ ਹੈ। ਇਸ ਕਲਯੁਗ ਦੇ ਸਮੇਂ ਦੇ ਅੰਦਰ ਜੋ ਪਰਮਾਤਮਾ ਦੀ ਕੀਰਤੀ ਕਰੇਗਾ, ਵਡਿਆਈ ਕਰੇਗਾ, ਨਾਮ ਜਪੇਗਾ, ਉਹ ਖੁਦ ਵੀ ਪ੍ਰਧਾਨ ਹੋ ਜਾਏਗਾ। ਇਸ ਲੋਕ ਦੇ ਵਿੱਚ ਵੀ ਇੱਜ਼ਤ ਤੇ ਮਾਨ ਪ੍ਰਾਪਤ ਹੋਵੇਗੀ, ਔਰ ਪਰਲੋਕ ਦੇ ਵਿੱਚ ਵੀ ਪਾਤਸ਼ਾਹ ਕਹਿਣ ਲੱਗੇ ਪਤ ਸਿਓ ਜਾਏਦਾ, ਪਤ ਇੱਜ਼ਤ ਦੇ ਨਾਲ ਜਾਏਗਾ। ਐਸੀ ਸਤਿਗੁਰਾਂ ਦੀ ਗੁਰਬਾਣੀ ਆਪ ਸੰਗਤਾਂ ਨੇ ਕੀਰਤਨ ਦੇ ਰੂਪ ਦੇ ਵਿੱਚ ਸਰਵਣ ਕੀਤੀ ਹੈ। ਇਸ ਵੇਲੇ ਗੁਰਮੁਖੋ ਆਪਾਂ ਸਤਿਗੁਰਾਂ ਦੀ ਗੁਰਬਾਣੀ ਦੀ ਕਥਾ ਸਰਵਣ ਕਰਨ ਵਾਸਤੇ ਇਕੱਤਰਤ ਹੋਏ ਹਾਂ। ਆਓ ਆਪਣੇ ਮਨ ਦੇ ਧਿਆਨ ਨੂੰ ਟਿਕਾਈਏ, ਭਾਵਨਾ ਸ਼ਰਧਾ ਦੇ ਨਾਲ ਸਤਿਗੁਰਾਂ ਦੇ ਅੰਮ੍ਰਿਤ ਬਚਨ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ। ਮਿਲ ਕਰਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਗ ਧਨਾਸਰੀ ਮਹਲਾ ਪੰਜਵਾਂ। ਪੰਚਮ ਪਾਤਸ਼ਾਹ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਇਹ ਧਨਾਸਰੀ ਰਾਗ ਦੇ ਅੰਦਰ ਸਾਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਨ ਵਾਲੇ। ਰਾਗ ਗਵਈਏ ਜਿਹੜੇ ਹਨ ਉਹਨਾਂ ਦਾ ਕਥਨ ਇਹ ਹੈ ਵੀ ਇਹ ਤੀਜੇ ਪੈਰ ਇਸ ਰਾਗ ਨੂੰ ਗਾਇਆ ਜਾ ਸਕਦਾ ਹੈ। ਐਸੇ ਰਾਗ ਦੇ ਅੰਦਰ ਗੁਰੂ ਅਰਜਨ ਦੇਵ ਪਾਤਸ਼ਾਹ ਜੋ ਪੰਜਵੇਂ ਗੁਰੂ ਨੇ, ਗੁਰੂ ਨਾਨਕ ਸਾਹਿਬ ਮਹਾਰਾਜ ਦੀ ਗੁਰਤਾ ਗੱਦੀ ਦੇ ਪੰਜਵੇਂ ਮਾਲਕ ਨੇ, ਐਸੇ ਸਤਿਗੁਰੂ ਜੀ ਸਾਨੂੰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਓੰਕਾਰ ਨਾਮ ਪਰਮਾਤਮਾ ਦਾ ਹੈ। ਉਹ ਪਰਮਾਤਮਾ ਜਿਸ ਨੂੰ ਓੰਕਾਰ ਕਿਹਾ ਜਾਂਦਾ ਹੈ, ਸਤਿਗੁਰੂ ਕਹਿਣ ਲੱਗੇ ਭਾਈ ਉਹ ਪਰਮਾਤਮਾ ਹੈ, ਇੱਕ ਹੀ ਹੈ। ਸਭਨਾ ਜੀਆਂ ਕਾ ਇੱਕ ਦਾਤਾ, ਦਾਤਾ ਦੇਣ ਵਾਲਾ ਦਾਤਾ ਇੱਕੋ ਹੀ ਹੈ। ਦਾਤਾ ਲੈਣ ਵਾਲੇ ਤੇ ਬੇਅੰਤ ਜੀਵ ਨੇ, ਜਾਚਕ ਏਕ ਜਾਚਕ ਅਨੇਕ ਸੋ ਏਕ ਦਵਈਆ। ਮੰਗਣ ਵਾਲੇ ਤੇ ਅਨੇਕਾਂ ਨੇ, ਗਿਣਤੀ ਕੋਈ ਨਹੀਂ ਹੈ। ਬੜੇ ਮੰਗਦੇ ਪਏ, ਸਭ ਤੁਧ ਹੈ ਪਾਸੋਂ ਮੰਗਦੇ। ਸਾਰੀ ਕਾਇਨਾਤ ਸਾਰੀ ਸ੍ਰਿਸ਼ਟੀ ਗੁਪਤ ਹੋ ਕੇ ਪ੍ਰਗਟ ਹੋ ਕੇ ਮੰਗਦੇ ਸਾਰੇ ਪਰਮਾਤਮਾ ਤੇਰੇ ਕੋਲੋਂ ਨੇ, ਔਰ ਦੇਣ ਵਾਲੇ ਤੁਸੀਂ ਇੱਕੋ ਹੀ ਹੋ। ਉਹ ਜਿਹੜਾ ਇੱਕ ਸਾਰਿਆਂ ਨੂੰ ਰਿਜ਼ਕ ਦੇਣ ਵਾਲਾ ਹੈ, ਰੁਜ਼ਗਾਰ ਦੇਣ ਵਾਲਾ ਹੈ, ਸਾਰਿਆਂ ਦਾ ਪੇਟ ਪਾਲਣ ਵਾਲਾ ਹੈ, ਉਸ ਨੂੰ ਆਖਿਆ ਜਾਂਦਾ ਓੰਕਾਰ। ਉਹ ਜੋ ਓੰਕਾਰ ਹੈ ਉਹ ਹੈ ਇੱਕੋ ਹੀ, ਉਹਦੇ ਵਰਗਾ ਕੋਈ ਦੂਸਰਾ ਨਹੀਂ ਹੈ। ਇਹ ਸਤਿਗੁਰੂ ਬਖਸ਼ਿਸ਼ ਕਰਦੇ, ਸਤਿਗੁਰ ਪ੍ਰਸਾਦ। ਐਸੇ ਇੱਕ ਪਰਮਾਤਮਾ ਦੀ ਜਿਹੜੀ ਪ੍ਰਾਪਤੀ ਹੈ ਉਹ ਗੁਰੂ ਕਿਰਪਾ ਨਾਲ ਹੁੰਦੀ ਹੈ। ਗੁਰੂ ਕਿਰਪਾ ਕਰੇ, ਰਹਿਮਤ ਕਰ ਦੇਵੇ, ਗੁਰੂ ਪ੍ਰਸੰਨ ਹੋ ਜਾਵੇ, ਗੁਰੂ ਖੁਸ਼ ਹੋ ਜਾਵੇ, ਐਸਾ ਉਹ ਪਰਮਾਤਮਾ ਮਿਲ ਜਾਂਦਾ ਹੈ, ਉਹਦੀ ਪ੍ਰਾਪਤੀ ਹੋ ਜਾਂਦੀ ਹੈ। ਐਸੀ ਪ੍ਰਾਪਤੀ ਵਾਲੇ ਉਹ ਗੁਰਮੁਖ ਬਣ ਜਾਂਦੇ ਹਨ। ਹਾਂ ਪ੍ਰਭ ਰਾਖ ਲਿਓ। ਇੱਥੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਹਾਹੇ ਨੂੰ ਕੰਨਾ ਤੇ ਫਿਰ ਖਾਲੀ ਜਗ੍ਹਾ ਛੱਡ ਕੇ ਅਗਲੇ ਬੰਨੇ ਫਿਰ ਹਾਹੇ ਨੂੰ ਕੰਨਾ ਲਾਇਆ ਹੈ। ਇਹ ਪਾਠ ਆਪਾਂ ਇਹ ਜਿਹੜਾ ਹੈ ਇਹਦਾ ਭਾਵ ਹੈ ਹਾਂ ਹਾਂ ਪ੍ਰਭ ਰਾਖ ਲਿਓ। ਇਕੱਠਾ ਹਾਹੇ ਨੂੰ ਕਰਨਾ ਹੋ ਜਾਵੇ ਫਿਰ ਹਾਂ ਹਾਂ ਹੋ ਸਕਦਾ ਹੈ। ਪਰ ਇੱਥੇ ਮਹਾਰਾਜ ਨੇ ਦੋਨੇ ਸ਼ਬਦ ਥੋੜ੍ਹਾ ਵਖਰੇਵਾਂ ਪਾ ਕੇ ਲਿਖੇ। ਹਾਂ ਪ੍ਰਭ ਰਾਖ ਲਿਓ, ਹਾਂ ਪ੍ਰਭ ਰਾਖ ਲਿਓ। ਬੇਨਤੀ ਹੈ ਪਰਮਾਤਮਾ ਦੇ ਚਰਨਾਂ ਵਿੱਚ ਹੈ, ਪਰਮਾਤਮਾ ਐ ਸਤਿਗੁਰੂ ਇਹ ਸੰਸਾਰ ਦੇ ਜਿਹੜੇ ਦੁੱਖ ਨੇ ਬੜੇ ਕਠਿਨ ਨੇ, ਸਾਡੇ ਕੋਲੋਂ ਸਹਿ ਨਹੀਂ ਜਾਂਦੇ। ਇਹਨਾਂ ਬੇਅੰਤ ਕਠਿਨ ਦੁੱਖਾਂ ਦੇ ਵਿੱਚੋਂ ਆਪ ਜੀ ਕਿਰਪਾ ਕਰਕੇ ਰੱਖ ਲਓ।
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਸੰਸਾਰ ਦੇ ਜਿਹੜੇ ਦੁੱਖ ਨੇ ਨਾ ਉਹ ਗਿਣੇ ਨਹੀਂ ਜਾ ਸਕਦੇ। ਉਹ ਦੁੱਖ ਸਾਡੇ ਸਰੀਰ ਦੇ ਉੱਪਰ ਆ ਕੇ ਵਿਆਪਦੇ ਪਏ ਨੇ। ਸਤਿਗੁਰੂ ਜੀਆਂ ਦਾ ਬਚਨ ਗੁਰੂ ਅਮਰਦਾਸ ਪਾਤਸ਼ਾਹ ਦਾ ਆਪਾਂ ਪੜ੍ਹਦੇ ਹਾਂ, ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤੈ ਖੇਲ ਰਚਾਇਆ। ਅਕਾਲ ਪੁਰਖ ਨੇ ਖੇਡ ਕੀ ਖੇਡੀ ਹੈ? ਜਦੋਂ ਇਹ ਜੀਵ ਮਾਤਾ ਦੇ ਗਰਭ ਦੇ ਅੰਦਰ ਹੈ, ਉੱਥੇ ਜਠਰਾ ਅਗਨੀ ਹੈ। ਜਨਮ ਲੈ ਕੇ ਬਾਹਰ ਦੁਨੀਆ ਵਿੱਚ ਆਇਆ ਤੇ ਇੱਥੇ ਮਾਇਆ ਹੈ। ਦੁੱਖ ਦੋਨਾਂ ਦਾ ਹੀ ਇੱਕੋ ਵਰਗਾ। ਜਠਰਾ ਅਗਨੀ ਦਾ ਦੁੱਖ ਵੀ ਓਨਾ ਹੀ ਹੈ, ਪਰ ਉਹ ਕੇਵਲ ਕੁਝ ਮਹੀਨਿਆਂ ਦਾ ਹੈ। ਕੁਝ ਮਹੀਨਿਆਂ ਦੇ ਦੁੱਖ ਤੋਂ ਬਚਣ ਵਾਸਤੇ ਤੂੰ ਉੱਥੇ ਪ੍ਰਮਾਤਮਾ ਦਾ ਨਾਮ ਜਪਿਆ, ਪ੍ਰਮਾਤਮਾ ਨੂੰ ਸਿਮਰਿਆ ਹੈ ਤੇ ਪ੍ਰਮਾਤਮਾ ਦਾ ਨਾਮ ਸਿਮਰ ਕੇ ਕੁਝ ਮਹੀਨਿਆਂ ਦੇ ਦੁੱਖ ਵਿੱਚੋਂ ਬਚ ਕੇ ਸੰਸਾਰ ਵਿੱਚ ਆ ਗਿਆ। ਹੁਣ ਦੁਨੀਆ ਵਿੱਚ ਬਿਲਕੁਲ ਉਸੇ ਤਰ੍ਹਾਂ ਦੀ ਮਾਇਆ ਹੈ। ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ। ਮਾਇਆ ਵੀ ਉਹੋ ਜਿਹਾ ਪ੍ਰਕੋਪ ਵਾਲੀ ਹੈ, ਓਨਾ ਹੀ ਦੁੱਖ ਦੇਣ ਵਾਲੀ ਹੈ। ਇੱਥੇ ਜ਼ਿੰਦਗੀ ਵੀ ਲੰਮੀ ਹੈ, ਕਈ ਸਾਲ ਚੱਲੇਗੀ, ਹੋ ਸਕਦਾ 100 ਸਾਲ ਨੂੰ ਪ੍ਰਾਪਤ ਹੋ ਜਾਵੇ। ਉੱਥੇ ਕੁਝ ਮਹੀਨਿਆਂ ਦੀ ਗੱਲ ਹੈ ਤੇ ਨਾਮ ਜਪ ਕੇ ਜਠਰਾ ਅਗਨੀ ਤੋਂ ਬਚਦਾ ਪਿਆ। ਜਿੱਥੇ ਕਈ ਸੈਂਕੜੇ ਸਾਲ ਰਹਿਣਾ ਹੈ, ਉੱਥੇ ਆ ਕੇ ਮਾਇਆ ਦੇ ਪ੍ਰਕੋਪ ਤੋਂ ਬਚਣ ਵਾਸਤੇ ਕੋਈ ਪ੍ਰਮਾਤਮਾ ਦਾ ਨਾਮ ਨਹੀਂ ਜਪਿਆ, ਸਗੋਂ ਮਾਇਆ ਵਿੱਚ ਗਲਤਾਨ ਹੋ ਗਿਆ, ਫਸ ਗਿਆ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਦੁੱਖ ਓਨਾ ਹੀ ਹੈ, ਜਿੰਨਾ ਗਰਭ ਦੇ ਵਿੱਚ ਸੀ ਉਹਨਾਂ ਸੰਸਾਰ ਵਿੱਚ। ਇਹ ਬੜਾ ਭਾਰੀ ਕਠਿਨ ਦੁੱਖ ਹੈ। ਮਹਾਰਾਜ ਸਾਨੂੰ ਰੱਖ ਲਵੋ, ਸਾਨੂੰ ਰੱਖ ਲਵੋ। ਰਾਖ ਲਿਹੋ ਹਮ ਤੇ ਬਿਗਰੀ, ਸੀਲ ਧਰਮ ਜਪ ਭਗਤ ਨਾ ਕੀਨੀ, ਹਉ ਅਭਿਮਾਨ ਟੇਢ ਪਗਰੀ। ਮਹਾਰਾਜ ਮੈਨੂੰ ਹੰਕਾਰ ਹੀ ਇੰਨਾ ਹੋ ਗਿਆ ਕਿ ਮੈਂ ਟੇਢੇ ਰਸਤੇ ਨੂੰ ਚੱਲ ਪਿਆ। ਟੇਢੀ ਪੱਗ ਬੰਨ੍ਹਦਾ ਹਾਂ, ਉੱਚੀ ਪੱਗ ਟੇਢੀ ਕਰਕੇ ਬੰਨ੍ਹਦਾ, ਮਾਣ ਵਿਖਾਉਂਦਾ, ਹੰਕਾਰ ਵਿਖਾਉਂਦਾ ਵੀ ਮੇਰੇ ਵਰਗਾ ਕੋਈ ਨਹੀਂ ਹੈ। ਹਉ ਅਭਿਮਾਨ, ਮੈਂ ਅਭਿਮਾਨੀ ਹਾਂ, ਟੇਢ ਪਗਰੀ। ਪੱਗ ਦਾ ਰੰਗ ਬਦਲਿਆ, ਡਿਜ਼ਾਈਨ ਬਦਲਿਆ, ਸਟਾਈਲ ਬਦਲਿਆ, ਕੱਪੜੇ ਪਾਉਣ ਦਾ ਤਰੀਕਾ ਬਦਲ ਗਿਆ, ਚੱਲਣ ਦਾ ਤਰੀਕਾ ਬਦਲ ਗਿਆ, ਮਾਣ ਆ ਗਿਆ। ਪਰ ਬੇਨਤੀ ਇਹ ਹੈ, ਸਾਡੇ ਵੱਲੋਂ ਤੇ ਕਹਾਣੀ ਵਿਗੜ ਗਈ ਹੈ, ਪਰ ਪਰਮਾਤਮਾ ਤੂੰ ਕਿਰਪਾ ਕਰਕੇ ਰੱਖ ਲਾ। ਰਾਖ ਲਿਹੋ ਹਮ ਤੇ ਬਿਗੜੀ, ਸੀਲ ਧਰਮ ਜਪ ਭਗਤ ਨਾ ਕੀਨੀ, ਹਉ ਅਭਿਮਾਨ ਟੇਢ ਪਗਰੀ। ਅਮਰ ਜਾਨ ਸੰਚੀ ਇਹ ਕਾਇਆ, ਸਰੀਰ ਨੂੰ ਇਹ ਸਮਝ ਲਿਆ ਵੀ ਅਮਰ ਰਹਿਣ ਵਾਲਾ ਹੈ। ਇਹ ਸਰੀਰ ਕਦੇ ਮੁੱਕਣ ਵਾਲਾ ਨਹੀਂ, ਇਹਨੂੰ ਸੰਚਦਾ ਰਿਹਾ, ਇਹਨੂੰ ਪਾਲਦਾ ਰਿਹਾ। ਅਮਰ ਜਾਨ ਸੰਚੀ ਇਹ ਕਾਇਆ, ਇਹ ਮਿਥਿਆ ਕਾਚੀ ਗਗਰੀ। ਪਰ ਇਹ ਨਹੀਂ ਸਮਝ ਸਕਿਆ ਵੀ ਇਹ ਸਰੀਰ ਤੇ ਮਿਥਿਆ ਨਾਸਵੰਤ ਹੈ, ਔਰ ਨਾਸਵੰਤ ਵੀ ਕੱਚੀ ਗਾਗਰ ਵਰਗਾ ਹੀ ਹੈ, ਕੱਚੇ ਘੜੇ ਵਰਗਾ ਹੀ ਹੈ, ਹੱਥੋਂ ਛੁਟਕਿਆ ਨਹੀਂ ਤੇ ਟੁੱਟਿਆ ਨਹੀਂ। ਅਮਰ ਜਾਨ ਸੰਚੀ ਇਹ ਕਾਇਆ, ਇਹ ਮਿਥਿਆ ਕਾਚੀ ਗਗਰੀ। ਜਿਨੇ ਨਿਵਾਜ ਸਾਜ ਹਮ ਕੀਏ, ਤਿਸੈ ਬਸਾਰ ਅਵਰ ਲਗਰੀ। ਜਿਸ ਨੇ ਸਾਨੂੰ ਨਿਵਾਜਿਆ ਹੈ, ਜਿਸ ਨੇ ਸਾਨੂੰ ਸਾਜਿਆ ਹੈ, ਜਿਸ ਨੇ ਸਾਨੂੰ ਬਣਾਇਆ ਹੈ, ਜਿਹੜਾ ਸਾਨੂੰ ਦੁਨੀਆ 'ਤੇ ਲੈ ਕੇ ਆਇਆ ਹੈ, ਤਿਸੈ ਬਸਾਰ, ਉਸ ਪਰਮਾਤਮਾ ਨੂੰ ਭੁਲਾ ਕੇ ਅਵਰ ਲਗਰੀ, ਹੋਰਾਂ ਦੇ ਪਾਸੇ ਲੱਗ ਪਿਆ। ਜਿਨੇ ਨਿਵਾਜ ਸਾਜ ਹਮ ਕੀਏ, ਤਿਸੈ ਬਸਾਰ ਅਵਰ ਲਗਰੀ। ਸੰਦਕ ਤੋਹੇ ਸਾਧ ਨਹੀਂ ਕਹੀਓ, ਸਰਨ ਪਰੇ ਤੁਮਰੀ ਪਗਰੀ। ਕਹਿਤ ਕਬੀਰ ਇੱਕ ਬਿਨਤੀ ਸੁਣਿਓ, ਮਤ ਘਾਲੋ ਜਮ ਕੀ ਖਬਰੀ। ਭਗਤ ਕਬੀਰ ਸਾਹਿਬ ਜੀ ਕਹਿਣ ਲੱਗੇ ਪਰਮਾਤਮਾ ਤੇਰੀ ਸ਼ਰਨ ਵਿੱਚ ਪੈ ਗਏ ਆ, ਹੋਰ ਕੁਝ ਨਹੀਂ ਚਾਹੀਦਾ, ਬਸ ਇੱਕੋ ਹੀ ਬੇਨਤੀ ਹੈ ਕਿ ਮੈਨੂੰ ਦੁਨੀਆ ਤੋਂ ਲੈਣ ਵਾਸਤੇ ਜਮ ਨਾ ਆ ਜਾਣ, ਜਮਦੂਤ ਨਾ ਮੈਨੂੰ ਲੈ ਕੇ ਜਾਣ, ਮੈਨੂੰ ਜਮਦੂਤਾਂ ਦੇ ਵਸ ਨਾ ਪਾ ਦੇਵੀਂ। ਕਬੀਰ ਬਨ ਕੀ ਦਾਦੀ ਲਾਕਰੀ, ਠਾਢੀ ਕਰੇ ਪੁਕਾਰ। ਮਤ ਬਸ ਪਰੋਂ ਲੋਹਾਰ ਕਹਿ, ਜਾਰੈ ਦੂਜੀ ਬਾਰ। ਬੜਾ ਸੋਹਣਾ ਉਦਾਹਰਨ ਦਿੱਤਾ ਮਹਾਰਾਜ ਨੇ ਗੁਰਬਾਣੀ ਦੇ ਵਿੱਚ। ਕਹਿਣ ਲੱਗੇ ਜੰਗਲ ਵਿੱਚ ਅੱਗ ਲੱਗ ਗਈ ਨਾ, ਕੁਝ ਲੱਕੜਾਂ ਸੜ ਗਈਆਂ,
ਕੁਝ ਅੱਧੀਆਂ ਕੁ ਸੜੀਆਂ ਤੇ ਅੱਧੀਆਂ ਕੁ ਹਾਲੇ ਬਾਕੀ ਨੇ, ਪਰ ਜਿਹੜੀਆਂ ਬਾਕੀ ਨੇ ਨਾ ਅੱਧੀਆਂ ਹਾਲੇ ਸੜੀਆਂ ਨਹੀਂ। ਉਹ ਪੁਕਾਰ ਕਰਦੀਆਂ ਵੀ ਪ੍ਰਮਾਤਮਾ ਸਾਨੂੰ ਕਿਤੇ ਲੁਹਾਰ ਦੇ ਵੱਸ ਨਾ ਪਾ ਦੇ। ਕਿਉਂ? ਲੁਹਾਰ ਨੇ ਸਾਨੂੰ ਇੱਕੇ ਵਾਰੀ ਨਹੀਂ ਸਾੜਨਾ, ਥੋੜਾ ਜਿਹਾ ਸਾੜੇਗਾ ਫਿਰ ਬਚਾ ਲਵੇਗਾ, ਫਿਰ ਸਾੜੇਗਾ ਫਿਰ ਬਚਾ ਲਵੇਗਾ। ਕਿੰਨਾ ਕਿੰਨਾ ਸਮਾਂ ਸੜਨ ਤੋਂ ਮਗਰੋਂ ਵੀ ਸਾਡੇ ਕੋਲੇ ਜਿਹੜੇ ਭੱਠ ਦੇ ਵਿੱਚ ਸੜਦੇ ਰਹਿਣਗੇ। ਬਣਕੀ ਠਾਢੀ ਲਾਕੜੀ ਠਾਢੀ ਕਰੇ ਪੁਕਾਰ। ਜੰਗਲ ਦੀ ਲੱਕੜ ਵੀ ਰੱਬ ਅੱਗੇ ਫਰਿਆਦ ਕਰਦੀ ਹੈ, ਮੈਨੂੰ ਲੁਹਾਰ ਦੇ ਵੱਸ ਨਾ ਪੈਣਾ ਪਵੇ। ਉਹ ਵਾਰ-ਵਾਰ ਸਾੜੇਗਾ, ਵਾਰ-ਵਾਰ ਬਚਾਵੇਗਾ, ਬੜਾ ਲੰਮਾ ਕਸ਼ਟ ਦੇਵੇਗਾ। ਮਤ ਬਸ ਪਰੋਂ ਲੁਹਾਰ ਕੇ, ਲੁਹਾਰ ਦੇ ਵੱਸ ਨਾ ਪੈ ਜਾਵਾਂ, ਉਹ ਸਾੜੇਗਾ। ਇੱਥੇ ਲੁਹਾਰ ਕੌਣ ਹੈ? ਇੱਥੇ ਲੁਹਾਰ ਹੈ ਧਰਮ ਰਾਜਾ। ਇਹ ਸੰਸਾਰ ਰੂਪੀ ਗੁਰਮੁਖੋ ਜੰਗਲ ਹੈ ਤੇ ਜੀਵਾਂ ਰੂਪੀ ਆਪਾਂ ਲੱਕੜਾਂ ਹਾਂ। ਇਹ ਜੀਵ ਵੀ ਪ੍ਰਮਾਤਮਾ ਦੇ ਅੱਗੇ ਫਰਿਆਦ ਕਰਦੇ ਹੋ, ਪ੍ਰਮਾਤਮਾ ਵੇਖੀ ਕਿਤੇ ਸਾਨੂੰ ਧਰਮ ਰਾਜ ਦੇ ਲੇਖੇ ਵਿੱਚ ਨਾ ਪਾ ਦੇਵੇ। ਉਹ ਸਾਨੂੰ ਵਾਰ-ਵਾਰ ਸਾੜੇਗਾ, ਨਰਕਾਂ ਦੀ ਅੱਗ ਦੇ ਵਿੱਚ ਪਾ ਕੇ, ਵਾਰ-ਵਾਰ ਸਾੜ ਕੇ ਫਿਰ ਕੱਢੇਗਾ, ਫਿਰ ਜਨਮਾਂ ਦੇ ਵਿੱਚ ਤੋਰ ਦੇਵੇਗਾ। ਜਠਰਾ ਅਗਨੀ ਵਿੱਚ ਫਿਰ ਸੜਨਾ ਪਵੇਗਾ। ਜਠਰਾ ਅਗਨੀ ਤੋਂ ਸੜਨ ਤੋਂ ਬਾਅਦ ਵਿੱਚ ਫਿਰ ਜਨਮ ਲੈ ਕੇ ਦੁਨੀਆ ਤੇ ਆਵਾਂਗੇ। ਇੱਥੇ ਫਿਰ ਪਦਾਰਥਾਂ ਦੀ ਅੱਗ ਵਿੱਚ ਸੜਨਾ ਪਵੇਗਾ। ਇੱਥੋਂ ਮਰ ਕੇ ਫਿਰ ਜਦੋਂ ਜਾਵਾਂਗੇ ਫਿਰ ਲੱਕੜਾਂ ਦੀ ਅੱਗ ਵਿੱਚ ਸੜਨਾ ਪਵੇਗਾ। ਇੱਥੋਂ ਨਿਕਲ ਕੇ ਫਿਰ ਧਰਮਰਾਜ ਦੇ ਕੋਲ ਜਾਣਾ ਪਵੇਗਾ। ਉਹ ਫਿਰ ਜਾ ਕੇ ਨਰਕਾਂ ਦੇ ਕਿਸੇ ਨਾ ਕਿਸੇ ਨਰਕ ਵਿੱਚ ਸੁੱਟ ਕੇ ਸਾਨੂੰ ਸਾੜੇਗਾ। ਇਹ ਜੀਵ ਰੂਪੀ ਲੱਕੜ ਵੀ ਪ੍ਰਮਾਤਮਾ ਅੱਗੇ ਫਰਿਆਦ ਕਰਦੀ ਹੈ, ਪ੍ਰਮਾਤਮਾ ਵੇਖੀ ਕਿਤੇ ਲੁਹਾਰ ਧਰਮਰਾਜ ਦੇ ਕੋਲ ਨਾ ਸਾਨੂੰ ਭੇਜ ਦੇਵੇ। ਕਹਿਤ ਕਬੀਰ ਇੱਕ ਬਿਨਤੀ ਸੁਣਿਓ, ਮਤ ਘਾਲੋ ਜਮ ਕੀ ਖਬਰੀ। ਬੇਨਤੀ ਇਹ ਹੈ ਵੀ ਜਮਾਂ ਦੇ ਵੱਸ ਨਾ ਪਵਾਂ, ਜਮਦੂਤ ਨਾ ਲੈ ਕੇ ਜਾਣ ਤੇ ਤੇਰੇ ਪਿਆਰੇ ਹੀ ਲੈ ਕੇ ਜਾਣ, ਜਿਹੜੇ ਤੇਰੇ ਚਰਨਾਂ ਵਿੱਚ ਸਾਨੂੰ ਲੈ ਜਾਣ। ਜਮ ਨਾ ਲੈ ਕੇ ਜਾਣ, ਉਹਨਾਂ ਕੋਲੋਂ ਵਾਰ-ਵਾਰ ਸਾਡੇ ਕੋਲੋਂ ਸੜਿਆ ਨਹੀਂ ਜਾਂਦਾ, ਸਾਡੇ ਕੋਲੋਂ ਵਾਰ-ਵਾਰ ਕਸ਼ਟ ਸਹਿਆ ਨਹੀਂ ਜਾਂਦਾ, ਵਾਰ-ਵਾਰ ਸਾਡੇ ਤੋਂ ਦੁਖੀ ਨਹੀਂ ਹੋਇਆ ਜਾਂਦਾ। ਇਹ ਫਰਿਆਦ ਹੈ ਪ੍ਰਮਾਤਮਾ ਦੇ ਚਰਨਾਂ ਵਿੱਚ। ਸਤਿਗੁਰੂ ਕਹਿਣ ਲੱਗੇ ਹਾਂ ਹਾਂ ਪ੍ਰਭ ਰਾਖ ਲਿਹੋ। ਪ੍ਰਮਾਤਮਾ ਹਾਂ ਇਹ ਗੱਲ ਠੀਕ ਹੈ, ਸਾਡੇ ਕੋਲੋਂ ਬੜੇ ਅਪਰਾਧ ਹੋਏ, ਸਾਡੇ ਕੋਲੋਂ ਬੜੇ ਗੁਨਾਹ ਹੋਏ, ਪਰ ਸਾਡੀ ਬੇਨਤੀ ਹੈ ਵੀ ਇਸ ਸੰਸਾਰ ਦੇ ਦੁੱਖ ਬੜੇ ਕਠਿਨ ਨੇ, ਬੜੇ ਕਠਿਨ ਨੇ। ਇਹਨਾਂ ਵਿੱਚੋਂ ਸਾਨੂੰ ਰੱਖ ਲਓ, ਇਹਨਾਂ ਵਿੱਚੋਂ ਸਾਨੂੰ ਬਚਾ ਲਓ। ਰਾਖੋ ਰਾਖੋ ਕਿਰਪਾ ਧਾਰ, ਤੁਮਰੀ ਸ਼ਰਨ ਤੇਰਾ ਦਰਬਾਰ। ਤੇਰੀ ਸ਼ਰਨ ਵਿੱਚ ਆ ਕੇ ਪਏ ਆ, ਸਾਨੂੰ ਰੱਖ ਲੈ। ਸਤਿਗੁਰੂ ਬਖਸ਼ਿਸ਼ ਕਰਦੇ, ਕਹਿਣ ਲੱਗਿਆ ਇਸ ਤਰ੍ਹਾਂ ਬੇਨਤੀ ਕਰਿਆ ਕਰ। ਹਮ ਤੇ ਕਿਛੁ ਨਾ ਹੋਏ ਮੇਰੇ ਸੁਆਮੀ। ਸਤਿਗੁਰੂ ਸਾਡੇ ਕੋਲੋਂ ਕੁਝ ਨਹੀਂ ਹੋ ਸਕਦਾ, ਨਾ ਅਸੀਂ ਜਮਾਂ ਤੋਂ ਬਚ ਸਕਦੇ, ਨਾ ਅਸੀਂ ਦੁੱਖਾਂ ਤੋਂ ਬਚ ਸਕਦੇ। ਸਾਡੇ ਵਿੱਚ ਇੰਨੀ ਸਮਰੱਥਾ ਨਹੀਂ ਹੈ, ਇੰਨੀ ਤਾਕਤ ਨਹੀਂ ਹੈ ਵੀ ਅਸੀਂ ਆਪਣੇ ਆਪ ਕੁਝ ਕਰ ਲਈਏ। ਹਮ ਤੇ ਕਿਛੂ ਨਾ ਹੋਏ ਮੇਰੇ ਸੁਆਮੀ, ਐ ਮੇਰੇ ਸੁਆਮੀ ਮਾਲਕ ਪਰਮਾਤਮਾ, ਮੇਰੇ ਕੋਲੋਂ ਬਚਾਅ ਦਾ ਤੇ ਕੋਈ ਸਾਧਨ ਹੋ ਹੀ ਨਹੀਂ ਸਕਦਾ ਹੈ, ਮੈਂ ਕੁਝ ਕਰ ਨਹੀਂ ਸਕਦਾ। ਹਾਂ ਕਰ ਕਿਰਪਾ ਆਪਣਾ ਨਾਮ ਦੇਹੋ। ਮੇਰੇ ਤੇ ਕਿਰਪਾ ਕਰੋ, ਮੈਨੂੰ ਆਪਣਾ ਨਾਮ ਦੇ ਦਿਓ, ਕਿਉਂਕਿ ਕਲਯੁਗ ਦੇ ਵਿੱਚ ਉੱਤਮ ਨਾਮ ਹੈ। ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ। ਇਹ ਕਲਯੁਗ ਦੇ ਵਿੱਚ ਉੱਤਮ ਨਾਮ ਹੀ ਹੈ ਆਪ ਜੀ ਦਾ, ਜੋ ਸੰਸਾਰ ਦੇ ਵਿੱਚੋਂ ਕੱਢਣ ਵਾਲਾ। ਭਾਈ ਸਾਹਿਬ ਭਾਈ ਗੁਰਦਾਸ ਜੀਆਂ ਨੇ ਲਿਖਿਆ, ਕਹਿਣ ਲੱਗੇ ਕਲਯੁਗ ਦੇ ਵਿੱਚ ਸ੍ਰੇਸ਼ਟ ਪ੍ਰਮਾਤਮਾ ਦਾ ਨਾਮ ਹੀ ਹੈ। ਤੇ ਉਹਨਾਂ ਨੇ ਬਚਨ ਲਿਖੇ, ਕਹਿਣ ਲੱਗੇ ਕਲਯੁਗ ਕੀ ਸੁਨ ਸਾਧਨਾ। ਭਾਈ ਤੈਨੂੰ ਕਲਯੁਗ ਦੀ ਸਾਧਨਾ ਦੱਸੀਏ ਵੀ ਇੱਥੇ ਕਿਹੜਾ ਸਾਧਨ ਕਰਨਾ ਚਾਹੀਦਾ, ਕਿਹੜਾ ਤਰੀਕਾ ਕਰਨਾ ਚਾਹੀਦਾ। ਕਲਯੁਗ ਦੇ ਵਿੱਚ ਜਨਮ ਲੈ ਕੇ ਆ ਗਿਆ, ਪਰ ਇੱਥੇ ਤਰੀਕਾ ਕੀ ਅਪਣਾਏਗਾ ਜੋ ਤੂੰ ਬਚ ਸਕੇ। ਕਲਯੁਗ ਕੀ ਸੁਨ ਸਾਧਨਾ, ਕਰਮ ਕਿਰਤ ਕੀ ਚਲੈ ਨ ਕਾਈ। ਜੇ ਤੂੰ ਇਹ ਸੋਚਦਾ ਰਵੇਂ ਨਾ ਕਿ ਮੈਂ ਸ਼ੁਭ ਕਰਮ ਕਰ ਲਵਾਂ, ਮੈਂ ਇਹ ਕਰਮ ਕਰ ਲਵਾਂ ਤੇ ਕਰਮ ਕਰਕੇ ਬਚ ਜਾਵਾਂਗਾ। ਪੁੰਨ ਕਰਨਾ, ਦਾਨ ਕਰਨਾ, ਵਰਤ ਰੱਖਣਾ, ਯਾਤਰਾ ਕਰਨੀ, ਧਰਤੀ ਦਾ ਭਰਮਣ ਕਰਨਾ, ਇਹ ਸਾਰੇ ਕਰਮ ਹੀ ਨੇ। ਪਰ ਭਾਈ ਗੁਰਦਾਸ ਜੀ ਕਹਿਣ ਲੱਗੇ ਇਹ ਕਰਮ ਕਲਯੁਗ ਦੇ ਵਿੱਚ ਚੱਲਦੇ ਨਹੀਂ, ਇਹ ਕਾਮਯਾਬ ਨਹੀਂ।
ਥੋੜਾ ਸਮਾਂ ਤੁਰਦੇ ਫਿਰ ਮੁੱਕ ਜਾਂਦੇ। ਕਲਯੁਗ ਕੀ ਸੁਨ ਸਾਧਨਾ, ਕਰਮ ਕਿਰਤ ਕੀ ਚਲੈ ਨਾ ਕਾਈ। ਇੱਥੇ ਕਰਮਾਂ ਦੀ ਕੀਤੀ ਹੋਈ ਕਮਾਈ ਚੱਲਦੀ ਨਹੀਂ। ਥੋੜੇ ਬਹੁਤੇ ਕਰਮ ਕੀਤੇ, ਨਾਲ ਹੀ ਮਾਨ ਆ ਗਿਆ। ਤੀਰਥ ਬਰਤ ਅਰ ਦਾਨ ਕਰ, ਮਨ ਮੈਂ ਧਰੈ। ਕਰਮ ਕਰ ਲਿਆ, ਨਾਲ ਹੰਕਾਰ, ਹੰਕਾਰ ਆ ਗਿਆ ਤੇ ਕਰਮ ਨਾਲ ਹੀ ਖਤਮ ਹੋ ਗਿਆ। ਤੇ ਜੇ ਕਿਤੇ ਕਰ ਲਿਆ, ਉਹ ਕੁਝ ਦੁਨੀਆ ਦੇ ਪਦਾਰਥ ਮੰਗ ਕੇ ਗਵਾ ਲਿਆ, ਕੁਝ ਜਮਾਂ ਨੇ ਰਾਹ ਵਿੱਚ ਖੋਹ ਲੈਣਾ ਹੈ। ਜਮ ਜਾਗਾਤੀ ਡੰਡ ਲਗਾ ਦਿੰਦੇ ਨੇ, ਰਸਤੇ ਵਿੱਚ ਡੰਨ ਲਾ ਦਿੰਦੇ, ਡੰਨ ਲਾ ਕੇ ਖੋਹ ਲੈਂਦੇ ਜੋ ਤੇਰਾ ਕਰਮ ਧਰਮ ਹੈ। ਇਸ ਕਰਕੇ ਕਹਿਣ ਲੱਗੇ ਵੀ ਕਲਯੁਗ ਵਿੱਚ ਇਹ ਜਿਹੜੇ ਕਰਮ ਕਰਦਾ ਪਿਆ, ਪੁੰਨ ਦਾਨ ਇਤਿਆਦਿਕ, ਇਹ ਸਾਧਨਾ ਕਾਮਯਾਬ ਨਹੀਂ ਹੈ, ਤੈਨੂੰ ਮੁਕਤ ਨਹੀਂ ਕਰਾ ਸਕੇਗੀ। ਬਿਨਾਂ ਭਜਨ ਭਗਵਾਨ ਕੇ, ਜਿੰਨਾ ਚਿਰ ਤੂੰ ਪਰਮਾਤਮਾ ਦਾ ਭਜਨ ਨਹੀਂ ਕਰਦਾ, ਪਰਮੇਸ਼ਰ ਦੇ ਸਿਮਰਨ ਨੂੰ ਨਹੀਂ ਕਰਦਾ ਹੈ। ਭਾਉ ਭਗਤ ਬਿਨ ਠੌਰ ਨਾ ਥਾਈ, ਪ੍ਰੇਮਾ ਭਗਤੀ ਤੋਂ ਬਿਨਾਂ ਕਲਯੁਗ ਦੇ ਵਿੱਚ ਤੈਨੂੰ ਜਗ੍ਹਾ ਕੋਈ ਨਹੀਂ ਪ੍ਰਾਪਤ ਹੋਣੀ, ਨਾ ਲੋਕ ਦੇ ਵਿੱਚ ਨਾ ਪਰਲੋਕ ਦੇ ਵਿੱਚ। ਭਾਈ ਗੁਰਦਾਸ ਜੀ ਕਹਿਣ ਲੱਗੇ, ਜਿੰਨਾ ਚਿਰ ਪ੍ਰੇਮਾ ਭਗਤੀ ਨਹੀਂ ਨਾ ਕਰਦਾ, ਨਾਮ ਨਹੀਂ ਨਾ ਜਪਦਾ, ਉਹਨਾਂ ਚਿਰ ਲੋਕ ਪਰਲੋਕ ਦੇ ਵਿੱਚ ਤੈਨੂੰ ਜਗ੍ਹਾ ਨਹੀਂ ਮਿਲਣੀ ਹੈ। ਇਹ ਬਚਨ ਆਪਣੇ ਪੱਲੇ ਬੰਨ੍ਹ। ਇਹ ਕਲਯੁਗ ਦੀ ਸਾਧਨਾ ਹੈ, ਇਹ ਕਲਯੁਗ ਦਾ ਸਮਾਂ ਹੈ। ਲਹੈ ਕਮਾਣਾ ਏਤ ਜੁਗ, ਜੋ ਤੂੰ ਪਿੱਛੇ ਕਮਾ ਕੇ ਆਇਆ ਨਾ, ਸਤਿਯੁਗ ਦੇ ਵਿੱਚ, ਦੁਆਪਰ ਦੇ ਵਿੱਚ, ਤ੍ਰੇਤੇ ਦੇ ਵਿੱਚ, ਪਿਛਲੇ ਜਨਮਾਂ ਦੀ ਕੀਤੀ ਹੋਈ ਕਮਾਈ ਤੈਨੂੰ ਇਸ ਯੁੱਗ ਵਿੱਚ ਮਿਲਦੀ ਪਈ ਹੈ। ਪਿਛਲੇ ਕੀਤੇ ਹੋਏ ਕਰਮ ਇੱਥੇ ਤੂੰ ਭੋਗਦਾ ਪਿਆ, ਕਰਮ ਪਾਪ ਦੇ ਹੋਣ ਤੇ ਭਾਵੇਂ ਪੁੰਨ ਦੇ ਹੋਣ। ਲਹੈ ਕਮਾਣਾ ਏਤ ਯੁੱਗ, ਪਿਛਲੀ ਯੁੱਗੀ ਕਰੀ ਕਮਾਈ। ਜਿਹੜੇ ਪਿੱਛੇ ਯੁੱਗਾਂ 'ਚ ਕਮਾਈ ਕਰਕੇ ਆਇਆ, ਕਮਾਈ ਤੇ ਗੁਰਮੁਖੋ ਪਾਪ ਦੀ ਵੀ ਹੋ ਸਕਦੀ ਹੈ, ਪੁੰਨ ਦੀ ਵੀ ਹੋ ਸਕਦੀ ਹੈ। ਮਿਹਨਤ ਤੇ ਦੋਵਾਂ ਕੰਮਾਂ ਤੇ ਲੱਗਦੀ ਹੈ ਨਾ। ਕੋਈ ਬੈਠਾ ਪੁੰਨ ਦਾਨ ਕਰਦਾ, ਮਿਹਨਤ ਉਹਦੀ ਵੀ ਲੱਗਦੀ ਪਈ ਹੈ। ਕੋਈ ਬੈਠਾ ਚੋਰੀ ਕਰਦਾ ਪਿਆ, ਠੱਗੀ ਕਰਦਾ ਪਿਆ, ਧੋਖਾ ਕਰਦਾ ਪਿਆ, ਮਿਹਨਤ ਤੇ ਉਹਦੀ ਵੀ ਲੱਗਦੀ ਪਈ ਹੈ। ਮਿਹਨਤ ਤੇ ਦੋਨੇ ਹੀ ਕਰਦੇ ਪਏ। ਚੋਰੀ ਵੀ ਮਿਹਨਤ ਬਿਨਾਂ ਨਹੀਂ ਹੁੰਦੀ ਹੈ, ਠੱਗੀ ਵੀ ਮਿਹਨਤ ਬਿਨਾਂ ਨਹੀਂ ਵੱਜਦੀ ਹੈ, ਤੇ ਧਰਮ ਦੀ ਕਮਾਈ ਵੀ ਮਿਹਨਤ ਬਿਨਾਂ ਨਹੀਂ ਹੁੰਦੀ। ਕੰਮ ਤੇ ਦੋਨੇ ਹੀ ਮਿਹਨਤ ਵਾਲੇ ਨੇ, ਪਰ ਇੱਕ ਚੰਗਾ ਹੈ ਤੇ ਇੱਕ ਮਾੜਾ ਹੈ। ਤੇ ਮਹਾਰਾਜ ਇੱਥੇ ਕਹਿਣ ਲੱਗੇ, ਇਹ ਪਿਛਲੇ ਯੁੱਗਾਂ ਦੀ ਤੂੰ ਕਮਾਈ ਕੀਤੀ ਹੈ ਨਾ, ਪਾਪ ਦੀ ਵੀ ਕੀਤੀ ਹੋ ਸਕਦੀ ਹੈ, ਪੁੰਨ ਦੀ ਵੀ ਕੀਤੀ ਹੋ ਸਕਦੀ ਹੈ। ਚੰਗੇ ਕਰਮਾਂ ਤੇ ਮਾੜੇ ਕਰਮਾਂ ਦੀ ਜਿਹੜੀ ਵੀ ਕਮਾਈ ਕਰਕੇ ਆਇਆ, ਉਹ ਕਮਾਈ ਦਾ ਫਲ ਤੈਨੂੰ ਇੱਥੇ ਕਲਯੁਗ ਦੇ ਵਿੱਚ ਮਿਲਦਾ ਪਿਆ। ਜਦੋਂ ਸਾਨੂੰ ਦੁੱਖ ਮਿਲਦਾ, ਫਿਰ ਅਸੀਂ ਰੋਂਦੇ, ਹਾਏ ਮੈਂ ਤੇ ਇੰਨਾ ਪਾਪ ਕੀਤਾ ਨਹੀਂ, ਸਜ਼ਾ ਮੈਨੂੰ ਬੜੀ ਵੱਡੀ ਮਿਲ ਗਈ ਹੈ। ਇੱਥੇ ਨਹੀਂ ਕੀਤਾ, ਪਿੱਛੇ ਤੇ ਕਰਕੇ ਆਇਆ ਤਾਂ ਹੀ ਮਿਲੀ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਪਿਛਲੀ ਯੁੱਗੀ ਕਰੀ ਕਮਾਈ, ਪਿਛਲੇ ਯੁੱਗਾਂ ਵਿੱਚ ਜਿਹੜੀ ਕਮਾਈ ਕੀਤੀ ਹੈ, ਉਹਦਾ ਫਲ ਤੈਨੂੰ ਕਲਯੁਗ ਦੇ ਵਿੱਚ ਮਿਲਦਾ ਪਿਆ। ਤੇ ਬਖਸ਼ਿਸ਼ ਕਰਦੇ ਕਹਿਣ ਲੱਗੇ, ਪਾਇਆ ਮਾਨਸ ਦੇਹ ਕੋ, ਇੱਥੋਂ ਚੁੱਕਿਆ ਠੌਰ ਨਾ ਠਾਈ। ਕਲਯੁਗ ਦੇ ਵਿੱਚ ਆ ਕੇ ਫਿਰ ਵੀ ਮਾਨਸ ਦੇਹ ਮਿਲ ਗਈ, ਮਨੁੱਖਾ ਸਰੀਰ ਮਿਲ ਗਿਆ। ਪਰ ਜੇ ਮਨੁੱਖਾ ਸਰੀਰ ਦੇ ਵਿੱਚ ਆ ਕੇ ਚੁੱਕ ਗਿਆ ਨਾ, ਇੱਕ ਵਾਰੀ ਭੁੱਲ ਗਿਆ ਨਾ, ਇੱਕ ਵਾਰੀ ਇਹ ਮਨੁੱਖਾ ਜਨਮ ਹੱਥੋਂ ਨਿਕਲ ਗਿਆ, ਫਿਰ ਠੌਰ ਨਾ ਠਾਈ, ਫਿਰ ਅੱਗੇ ਤੈਨੂੰ ਕਿਤੇ ਵੀ ਜਗ੍ਹਾ ਨਹੀਂ ਉਹ ਮਿਲਣੀ। ਇਹ ਮਨੁੱਖਾ ਜਨਮ ਦੇ ਵਿੱਚ ਮਸਾਂ ਮਸਾਂ ਤੈਨੂੰ ਵਾਰੀ ਮਿਲੀ ਹੈ, ਸਮਾਂ ਮਿਲ ਗਿਆ ਤੈਨੂੰ। ਪਿਛਲੇ ਯੁੱਗਾਂ ਦੇ ਕੀਤੇ ਕਰਮਾਂ ਨੂੰ ਇੱਥੇ ਭੋਗਦਾ ਪਿਆ ਹੈ, ਪਰ ਇੱਥੇ ਉਹ ਕਰਮ ਕਰ ਵੀ ਤੈਨੂੰ ਅੱਗੇ ਕਰਮ ਤੇ ਅੱਗੇ ਜਨਮ ਨਾ ਭੋਗਣੇ ਪੈਣ। ਇੱਕ ਵਾਰੀ ਆਖੀਏ ਸਤਨਾਮ। ਗੁਰੂ ਨਾਨਕ ਦੇ ਪਾਤਸ਼ਾਹ ਨੇ ਸਾਡੀ ਝੋਲੀ ਦੇ ਵਿੱਚ ਨਾਮ ਪਾਇਆ ਹੈ, ਵੀ ਨਾਮ ਨੂੰ ਜਪੇਗਾ, ਪਿਛਲੇ ਯੁੱਗਾਂ ਦੀ ਪਾਪ ਦੀ ਕਮਾਈ ਵੀ ਖਤਮ ਹੋ ਜਾਵੇਗੀ, ਤੇ ਨਾਮ ਦੀ ਕਮਾਈ ਐਸੀ ਹੋਵੇਗੀ ਤੈਨੂੰ ਅੱਗੇ ਜਨਮ ਨਹੀਂ ਲੈਣੇ ਪੈਣਗੇ। ਪਰ ਗੁਰਮੁਖੋ ਨਾਮ ਆਪਾਂ ਕਿੰਨਾ ਕੁ ਜਪਦੇ ਆ, ਨਾਮ ਜਪਣਾ ਤੇ ਬੜਾ ਔਖਾ ਲੱਗਦਾ। ਦੁਨੀਆ ਦੇ ਵੱਲ ਵੇਖ ਕੇ ਸਾਰਾ ਦਿਨ ਵਰਤ ਰੱਖਿਆ ਜਾ ਸਕਦਾ, 12 ਘੰਟੇ 14 ਘੰਟੇ ਭੁੱਖਾ ਰਹਿ ਸਕਦਾ ਹੈ, ਕਿਉਂਕਿ ਬਹੁਤ ਆ ਦੁਨੀਆ ਇਹ ਕੰਮ ਕਰਦੀ ਪਈ ਹੈ ਨਾ। ਦੁਨੀਆ ਵੱਲ ਵੇਖ ਕੇ 12 ਘੰਟੇ ਭੁੱਖਾ ਤੇ ਰਹਿ ਸਕਦਾ, ਪਰ 1 ਘੰਟਾ ਨਾਮ ਨਹੀਂ ਜਪ ਸਕਦਾ। 12 ਘੰਟੇ ਭੁੱਖਾ ਰਹਿਣ ਨਾਲੋਂ 1 ਘੰਟਾ ਨਾਮ ਜਪ ਲੈ ਜੇ ਰੋਜ਼, ਤੇ ਕਿੰਨੀ ਕਮਾਈ ਹੈ, ਪਰ ਉਹ ਨਹੀਂ ਜਪੇਗਾ, ਭੁੱਖਾ ਰਹਿ ਲਏਗਾ। ਦੁਨੀਆ ਵੱਲ ਵੇਖ ਕੇ ਯਾਤਰਾ ਨੂੰ ਤੁਰ ਪਵੇਗਾ, ਨੰਗੇ ਪੈਰੀ ਤੁਰਿਆ ਜਾਏਗਾ।
ਬੜਾ ਕਠਿਨ ਸਾਧਨ ਹੈ ਨੰਗੇ ਪੈਰੀ ਚੱਲਣਾ। ਕਈ ਦਿਨ ਕਈ ਮਹੀਨੇ ਲੱਗ ਗਏ, ਪਰ ਬੈਠ ਕੇ ਘੰਟਾ ਨਾਮ ਨਹੀਂ ਜਪੇਗਾ। ਸਤਿਗੁਰਾਂ ਨੇ ਵੱਡੀ ਦਾਤ ਦੇ ਨਾਲ ਜੋੜਿਆ। ਸੌਖਾ ਕਰਮ ਦੱਸਿਆ ਵੀ ਬੈਠ ਕੇ ਹਿਰਦੈ ਨਾਮ ਵਸਾਇਓ, ਘਰ ਬੈਠੇ ਗੁਰੂ ਧਿਆਇਓ। ਘਰੇ ਬੈਠਾ ਵੀ ਰੱਬ ਨੂੰ ਧਿਆ ਸਕਦਾ, ਤੇ ਨਾਮ ਦਾ ਫਲ ਦੁਨੀਆ ਵਿੱਚ ਦੇ ਕੋਈ ਨਹੀਂ ਜੇ ਸਕਦਾ। ਗੁਰੂ ਹਰਗੋਬਿੰਦ ਪਾਤਸ਼ਾਹ ਨੇ ਦੱਸਿਆ ਨਾ, ਭਾਈ ਗੋਪਾਲਾ ਜੀ ਨੇ ਜਪਜੀ ਸਾਹਿਬ ਦਾ ਪਾਠ ਸੁਣਾਇਆ ਤੇ ਮਹਾਰਾਜ ਨੇ ਸਾਨੂੰ ਇਹ ਸਾਖੀ ਤੋਂ ਇਹ ਸਮਝਾਇਆ ਹੈ, ਨਾਮ ਦੀ ਕੀਮਤ ਕੋਈ ਵੀ ਨਹੀਂ ਦੇ ਸਕਦਾ। ਨਾਮ ਦੀ ਕੀਮਤ ਦੁਨੀਆ ਵਿੱਚ ਹੈ ਹੀ ਨਹੀਂ ਹੈ। ਨਾਮ ਦੀ ਕੀਮਤ ਦੁਨੀਆ ਦੇ ਪਦਾਰਥ ਹੋ ਹੀ ਨਹੀਂ ਸਕਦੇ। ਇੱਥੇ ਤੇ ਦੁਨੀਆ ਦਾ ਰਾਜ, ਇੰਦਰ ਦਾ ਰਾਜ ਨਹੀਂ ਬਰਾਬਰ ਪਹੁੰਚਿਆ ਨਾਮ ਦੇ। ਸਤਿਗੁਰਾਂ ਨੇ ਇੰਨੀ ਵੱਡੀ ਦਾਤ ਸਾਨੂੰ ਦਿੱਤੀ ਹੈ ਨਾਮ, ਵੀ ਘਰੇ ਬੈਠ ਕੇ ਜਪੇਗਾ, ਦੁਨੀਆ ਵਿੱਚ ਕੋਈ ਵੀ ਪਦਾਰਥ ਉਹਦੇ ਮੁਕਾਬਲੇ ਨਹੀਂ ਪਹੁੰਚ ਸਕੇਗਾ। ਪਿਛਲੇ ਜਨਮਾਂ ਦਾ ਲੇਖਾ ਮੁੱਕ ਜਾਏਗਾ, ਅੱਗੇ ਜਨਮ ਨਹੀਂ ਹੋਣਗੇ, ਮੁਕਤ ਹੋ ਜਾਏਗਾ। ਐਡੀ ਵੱਡੀ ਦਾਤ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਸਾਨੂੰ ਬਖਸ਼ੀ ਹੈ। ਪਰ ਗੁਰਮੁਖੋ ਅਸੀਂ ਭੁੱਖੇ ਪਿਆਸੇ ਤੇ ਰਹਿ ਸਕਦੇ ਹਾਂ, ਵਰਤ ਤੇ ਰੱਖ ਸਕਦੇ ਹਾਂ, ਯਾਤਰਾ ਨੂੰ ਤੁਰ ਸਕਦੇ ਹਾਂ, ਪੁੰਨ ਦਾਨ ਵੀ ਕਰ ਸਕਦੇ, ਸਾਰੇ ਕਰਮ ਕਰ ਲੈਂਦੇ, ਪਰ ਜਦੋਂ ਨਾਮ ਜਪਣ ਦੀ ਗੱਲ ਆਉਂਦੀ ਹੈ ਉਹ ਨਹੀਂ ਜਪਿਆ ਜਾਂਦਾ। ਉਹ ਤੇ ਬਹਿਣਾ ਮੁਸ਼ਕਲ ਹੋ ਜਾਂਦਾ, ਉਹ ਤੇ ਜਪਣਾ ਮੁਸ਼ਕਲ ਹੋ ਜਾਂਦਾ। ਪਾਇਆ ਮਾਨਸ ਦੇਹ ਕੋ, ਇੱਥੋਂ ਚੁੱਕਿਆ ਠੌਰ ਨਾ ਠਾਈ। ਇਹ ਮਨੁੱਖਾ ਜਨਮ ਤੈਨੂੰ ਭਾਈ ਪਿਆਰਿਆ ਮਿਲ ਗਿਆ, ਜੇ ਇੱਥੋਂ ਚੁੱਕ ਗਿਆ ਨਾ ਇੱਕ ਵਾਰੀ ਭੁੱਲ ਗਿਆ ਤੇ ਅੱਗੇ ਟਿਕਾਣਾ ਕੋਈ ਨਹੀਂ ਉਹ ਮਿਲਣਾ, ਤੇ ਨਹੀਂ ਟਿਕਾਣਾ ਮਿਲਣਾ ਤੇ ਪ੍ਰਾਪਤੀ ਕੋਈ ਨਹੀਂ ਹੋਣੀ ਹੈ। ਕਲਯੁਗ ਕੇ ਉਪਕਾਰ ਸੁਣ, ਜੈਸੇ ਵੇਦ ਅਥਰਬਨ ਗਾਈ। ਅਥਰਬਨ ਵੇਦ ਕਲਯੁਗ ਦਾ ਵੇਦ ਹੈ। 4 ਵੇਦ ਲਿਖੇ ਵਿਦਵਾਨਾਂ ਨੇ ਤੇ 4 ਹੀ ਯੁੱਗ ਨੇ। ਅਥਰਬਨ ਵੇਦ ਜਿਹੜਾ ਕਲਯੁਗ ਦਾ ਹੈ, ਕਲ ਮਹਿ ਵੇਦ ਅਥਰਬਨ ਹੂਆ। ਗੁਰੂ ਨਾਨਕ ਸਾਹਿਬ ਨੇ ਆਸਾ ਦੀ ਵਾਰ ਵਿੱਚ ਬਚਨ ਵਰਤਿਆ, ਕਲਯੁਗ ਦਾ ਵੇਦ ਅਥਰਬਨ ਵੇਦ ਹੈ। ਤੇ ਕਹਿਣ ਲੱਗੇ ਇਸ ਵੇਦ ਵਿੱਚ ਦੱਸਿਆ ਗਿਆ ਵੀ ਕਲਯੁਗ ਵਿੱਚ ਤੂੰ ਕੀ ਕਰ ਸਕਦਾ, ਇਹਦੇ ਵਿੱਚ ਕੀ ਤੈਨੂੰ ਫਲ ਮਿਲੇਗਾ। ਕਲਯੁਗ ਕੇ ਉਪਕਾਰ ਸੁਣ, ਕਲਯੁਗ ਦੇ ਪਰਉਪਕਾਰ ਕੀ ਨੇ ਉਹ ਸੁਣ ਲੈਣਾ ਕਰ। ਜੈਸੇ ਵੇਦ ਅਥਰਬਨ ਗਾਈ, ਜਿਵੇਂ ਅਥਰਬਨ ਵੇਦ ਵਿੱਚ ਲਿਖਿਆ ਹੈ, ਭਾਉ ਭਗਤ ਪ੍ਰਵਾਨ ਹੈ। ਇੱਥੇ ਤੇ ਪ੍ਰੇਮਾ ਭਗਤੀ ਪ੍ਰਵਾਨ ਹੋਣੀ ਹੈ ਕਲਯੁਗ ਦੇ ਵਿੱਚ। ਭਾਉ ਭਗਤ ਪ੍ਰਵਾਨ ਹੈ, ਜਗ ਹੋਮ ਤੇ ਪੁਰਬ ਕਮਾਈ। ਇਹ ਜਿਹੜੇ ਜਗ ਕਰਦਾ ਪਿਆ, ਪੁਰਬਾਂ ਦੀ ਕਮਾਈ ਕਰਦਾ ਪਿਆ, ਇਹ ਪੁਰਬਾਂ ਦੀ ਕਮਾਈ ਕਰਨੀ, ਇਹ ਜਗ ਕਰਨੇ, ਇਹ ਸਾਰੇ ਪ੍ਰੇਮਾ ਭਗਤੀ ਹੈ। ਪ੍ਰੇਮਾ ਭਗਤੀ ਕਰ ਲਾ ਤੇ ਸਾਰੇ ਫਲ ਹੀ ਮਿਲ ਜਾਣਗੇ। ਜਗ ਦੀ ਲੋੜ ਨਹੀਂ ਹੈ ਪੁਰਬਾਂ ਤੇ ਜਾ ਕੇ। ਪੁਰਬ ਕੀ ਹੈ? ਚੰਦਰਮਾ ਗ੍ਰਹਿਣ ਲੱਗਾ ਤੇ ਫਲਾਣੇ ਤੀਰਥ ਤੇ ਜਾਣਾ, ਸੂਰਜ ਗ੍ਰਹਿਣ ਲੱਗਾ ਤੇ ਫਲਾਣੇ ਤੀਰਥ ਤੇ ਜਾਣਾ। ਕੋਈ ਕੁਰੂਕਸ਼ੇਤਰ ਜਾ ਕੇ ਦਾਨ ਕਰਦਾ, ਕੋਈ ਹਰਿਦੁਆਰ ਜਾ ਕੇ ਦਾਨ ਕਰਦਾ, ਕੋਈ ਪ੍ਰਯਾਗਰਾਜ ਜਾ ਕੇ ਦਾਨ ਕਰਦਾ, ਕੋਈ ਮੱਕੇ ਮਦੀਨੇ ਜਾ ਕੇ ਕਰਦਾ। ਇਹਨੂੰ ਕਹਿੰਦੇ ਪੁਰਬਾਂ ਦੀ ਕਮਾਈ। ਕਿਸੇ ਵੱਡੇ ਦਿਨ ਵਿੱਚ ਜਾ ਕੇ, ਵੱਡੇ ਤੀਰਥ ਸਥਾਨ ਤੇ ਜਾ ਕੇ ਦਾਨ ਪੁੰਨ ਕਰਨਾ। ਸੂਰਜ ਦੇ ਗ੍ਰਹਿਣ ਨੂੰ ਉਡੀਕਦਾ ਰਹਿ, ਚੰਦਰਮਾ ਦੇ ਗ੍ਰਹਿਣ ਨੂੰ ਉਡੀਕਦਾ ਰਹਿ, ਧਾਰਮਿਕ ਸਥਾਨ ਤੇ ਜਾਣ ਵਾਸਤੇ ਇੰਤਜ਼ਾਰ ਕਰਦਾ ਰਹਿ। ਮਨੁੱਖਾ ਜਨਮ ਦੀਆਂ ਘੜੀਆਂ ਤੇ ਨਿਕਲਦੀਆਂ ਜਾਂਦੀਆਂ, ਮਿੰਟ ਮਿੰਟ ਕਰਕੇ ਸਮਾਂ ਤੇ ਨਿਕਲਦਾ ਜਾ ਰਿਹਾ ਹੱਥ ਵਿੱਚੋਂ। ਗੁਰੂ ਨਾਨਕ ਦੇ ਪਾਤਸ਼ਾਹ ਕਹਿਣ ਲੱਗੇ ਇੱਥੇ ਮਿੰਟ ਉਡੀਕਣ ਦੀ ਲੋੜ ਨਹੀਂ ਹੈ, ਸੂਰਜ ਚੰਦਰਮਾ ਦੇ ਗ੍ਰਹਿਣ ਉਡੀਕਣ ਦੀ ਲੋੜ ਨਹੀਂ ਹੈ, ਕਿਸੇ ਧਾਰਮਿਕ ਸਥਾਨ ਤੇ ਕਦੋਂ ਜਾਵਾਂਗਾ ਉਹ ਵੀ ਉਡੀਕਣ ਦੀ ਲੋੜ ਨਹੀਂ ਹੈ, ਘਰੇ ਬੈਠਿਆਂ ਹੀ ਕਮਾਈ ਕਰ ਲਾ। ਇਹ ਪ੍ਰੇਮਾ ਭਗਤੀ ਵਿੱਚ ਗੁਰਮੁਖਾ ਸਾਰੇ ਫਲ ਹੀ ਪ੍ਰਾਪਤ ਹੋ ਜਾਣੇ। ਇਹ ਪ੍ਰੇਮਾ ਭਗਤੀ ਹੈ ਨਾ ਜੋ ਗੁਰੂ ਦਰਬਾਰ ਵਿੱਚ ਆ ਕੇ ਬੈਠਾ, ਪ੍ਰੇਮ ਦੇ ਨਾਲ ਕਥਾ ਸੁਣਦਾ, ਕੀਰਤਨ ਸੁਣਦਾ, ਇਹਦੇ ਵਿੱਚ ਸਾਰੇ ਫਲ ਤੈਨੂੰ ਪ੍ਰਾਪਤ ਹੋ ਜਾਣਗੇ। ਤੇ ਪਾਤਸ਼ਾਹ ਕਹਿਣ ਲੱਗੇ ਕਰਕੇ ਨੀਚ ਸਦਾਵਨਾ, ਕਰਮ ਕਰਨ ਤੋਂ ਮਗਰੋਂ ਆਪਣੇ ਆਪ ਨੂੰ ਨੀਵਾਂ ਖਵਾਉਣਾ, ਨੀਵਾਂ ਰਹਿਣਾ। ਇਹ ਨਹੀਂ ਵੀ ਵੱਡੀ ਧੌਣ ਤਾਂ ਨੂੰ ਉੱਚੀ ਚੁੱਕ ਲਈ ਵੀ ਬਸ ਆਹ ਕੰਮ ਤੇ ਮੈਂ ਕੀਤਾ ਹੈ। ਹੁੰਦਾ ਗੁਰਮੁਖੋ ਇਸੇ ਤਰ੍ਹਾਂ ਦਾ ਹੀ ਹੈ। ਅਥਰਬਨ ਵੇਦ ਇਹ ਗੱਲ ਕਹਿੰਦਾ ਹੈ ਵੀ ਜੇ ਪੁੰਨ ਕਰਮ, ਭਲਾ ਕਰਮ, ਕੋਈ ਚੰਗਾ ਕਰਮ ਕੀਤਾ ਹੈ, ਪ੍ਰੇਮਾ ਭਗਤੀ ਕੀਤੀ ਹੈ, ਤੇ ਕਰਕੇ ਆਪਣੇ ਆਪ ਨੂੰ ਨੀਵਾਂ ਖਵਾ। ਮੈਂ ਨਹੀਂ ਕਿਛ ਹਉ ਨਹੀਂ, ਕਿਛ ਆਹੇ ਨਾ ਮੋਰਾ, ਅਵਸਰ ਲੱਧਾ ਰਾਖ ਲਿਓ ਸਦਨਾ ਜਨ ਤੋਰਾ। ਮੈਂ ਕੁਝ ਨਹੀਂ ਹਾਂ, ਮੈਂ ਤੇ ਕੁਝ ਕੀਤਾ ਹੀ ਨਹੀਂ।
ਜੋ ਕੁਝ ਕੀਤਾ, ਜੋ ਕੁਝ ਕਰਵਾਇਆ, ਪ੍ਰਮਾਤਮਾ ਨੇ ਕਰਵਾਇਆ। ਮੈਂ ਤੇ ਇੱਕ ਜਰੀਆ ਬਣ ਗਿਆ, ਮੈਂ ਤੇ ਇੱਕ ਬਹਾਨਾ ਬਣ ਗਿਆ। ਬਾਬਾ ਬੁੱਢਾ ਸਾਹਿਬ ਨੇ ਆਖਿਆ ਸੀ ਨਾ ਵਜ਼ੀਰ ਖਾਨ ਨੂੰ, ਜਦੋਂ ਜਲੋਧਰ ਦਾ ਰੋਗ ਠੀਕ ਹੋਇਆ ਨਾ, ਟੋਕਰੀ ਮਾਰੀ ਉਹਦੇ ਪੇਟ ਦੇ ਨਾਲ ਮਿੱਟੀ ਦੀ ਭਰੀ ਹੋਈ, ਤੇ ਵਜ਼ੀਰ ਖਾਨ ਨੇ ਉਲਟੀ ਕੀਤੀ ਤੇ ਉਹ ਸਾਰਾ ਗੰਦਾ ਪਾਣੀ ਪੇਟ ਦਾ ਬਾਹਰ ਨਿਕਲਿਆ, ਤੇ ਉਹ ਬੜਾ ਖੁਸ਼ ਹੋਇਆ। ਵਜ਼ੀਰ ਖਾਨ ਬੜੇ ਵੱਡੇ ਅਹੁਦੇ ਤੇ ਸੀ, ਬਾਦਸ਼ਾਹ ਦੇ ਕੋਲ, ਬਾਦਸ਼ਾਹ ਦਾ ਸਲਾਹਕਾਰ ਹੈ। ਰੋਗ ਤੋਂ ਠੀਕ ਹੋਇਆ ਤੇ ਭੱਜ ਕੇ ਉਹਨੇ ਬਾਬਾ ਬੁੱਢਾ ਸਾਹਿਬ ਦੇ ਚਰਨ ਫੜ ਲਏ। ਤੇ ਬਾਬਾ ਬੁੱਢਾ ਸਾਹਿਬ ਨੇ ਅੱਗੋਂ ਜਵਾਬ ਦਿੱਤਾ, ਕਹਿਣ ਲੱਗੇ ਵਜ਼ੀਰ ਖਾਨ ਮੈਂ ਤੇ ਬਹਾਨਾ ਹੀ ਬਣ ਗਿਆ। ਕਰਨ ਕਰਾਉਣ ਵਾਲੇ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਨੇ, ਜਿਹੜੇ ਦਰਬਾਰ ਦੇ ਵਿੱਚ ਬੈਠੇ ਨੇ। ਚਰਨ ਫੜਨੇ ਤੇ ਉਹਨਾਂ ਦੇ ਫੜ, ਮੈਂ ਤੇ ਇੱਕ ਮਿੱਟੀ ਦਾ ਬੁੱਤ ਹਾਂ, ਮੋਮ ਦਾ ਪੁਤਲਾ ਹਾਂ। ਮਹਾਰਾਜ ਨੇ ਮੈਨੂੰ ਵਰਤ ਲਿਆ ਕਿਉਂਕਿ ਉਹ ਸਮਰੱਥ ਨੇ, ਕੀਤਾ ਤੇ ਉਹਨਾਂ ਨੇ, ਮੇਰੀ ਤੇ ਇੱਕ ਫੋਟੋ ਹੀ ਅੱਗੇ ਲਿਆਂਦੀ ਉਹਨਾਂ ਨੇ। ਇਹ ਹੈ ਕਰਮ ਕਰਕੇ ਆਪਣਾ ਆਪ ਜਨਾਉਣਾ ਨਾ। ਕੋਈ ਆਪਣੇ ਵਰਗਾ ਹੁੰਦਾ ਤੇ ਉਹਨੇ ਦੁਨੀਆ 'ਚ ਮਸ਼ਹੂਰੀ ਕਰ ਦੇਣੀ ਸੀ, ਵੇਖੋ ਐਡੇ ਵੱਡੇ ਬੰਦੇ ਦਾ ਮੈਂ ਰੋਗ ਠੀਕ ਕੀਤਾ। ਇਹ ਹੈ ਗੁਰਮੁਖਾਂ ਦਾ ਜੀਵਨ, ਇਹ ਹੈ ਨਾਮ ਬਾਣੀ ਦੀ ਕਮਾਈ ਕਰਨ ਵਾਲਿਆਂ ਦਾ ਜੀਵਨ। ਕਰਕੇ ਨੀਚ ਸਦਾਵਨਾ, ਕਰਮ ਵੀ ਕੀਤਾ, ਭਲਾ ਵੀ ਕੀਤਾ, ਆਪਣੇ ਆਪ ਨੂੰ ਫਿਰ ਵੀ ਜਨਾਇਆ ਨਹੀਂ, ਆਪਣੇ ਆਪ ਨੂੰ ਫਿਰ ਵੀ ਕਿਸੇ ਨੰਬਰ ਵਿੱਚ ਨਹੀਂ ਲੈ ਕੇ ਆਂਦਾ, ਕਿਸੇ ਅਹੁਦੇ ਤੇ ਲੈ ਕੇ ਨਹੀਂ ਆਂਦਾ। ਪ੍ਰਭ ਲੇਖੈ ਅੰਦਰ ਪਾਈ, ਤਾਂ ਪ੍ਰਭ ਲੇਖੈ ਅੰਦਰ ਪਾਈ, ਤਾਂ ਪ੍ਰਮਾਤਮਾ ਤੇਰੇ ਕੀਤੇ ਕਰਮ ਨੂੰ ਲੇਖੇ ਵਿੱਚ ਪਾਏਗਾ, ਤਾਂ ਉਹ ਕਿਸੇ ਹਿਸਾਬ ਕਿਤਾਬ ਵਿੱਚ ਆਵੇਗਾ। ਕਰਮ ਕਰਕੇ ਵੀ ਆਪਣੇ ਆਪ ਨੂੰ ਨੀਵਾਂ ਖਵਾਵੇਗਾ। ਤੇ ਗੁਰਮੁਖੋ ਦਾਨ ਪੁੰਨ ਤੇ ਬੜਾ ਹੁੰਦਾ ਗੁਰੂ ਘਰਾਂ ਦੇ ਵਿੱਚ, ਬੜੇ ਬੜੇ ਕਮਰਿਆਂ ਦੀਆਂ ਸੇਵਾਵਾਂ ਲਈਆਂ ਜਾਂਦੀਆਂ, ਬੜਾ ਕੁਝ ਕੀਤਾ ਜਾਂਦਾ, ਪਰ ਉੱਥੇ ਨਾਲ ਨਾਲ ਹੀ ਦੱਸਿਆ ਜਾਂਦਾ, ਬਾਰ-ਬਾਰ ਲਿਖਿਆ ਜਾਂਦਾ, ਪੱਥਰ ਤੇ ਨਾਮ ਉਕਰਿਆ ਜਾਂਦਾ ਹੈ, ਕਢਵਾਇਆ ਜਾਂਦਾ ਹੈ, ਆਹ ਕਰਮ ਮੈਂ ਕੀਤਾ ਹੈ। ਮਹਾਰਾਜ ਕਹਿਣ ਲੱਗੇ ਕਰਮ ਕਰਕੇ ਦੁਨੀਆ ਦੇ ਵਿੱਚ ਮਸ਼ਹੂਰੀ ਵਾਸਤੇ ਚਾਹੁੰਦਾ ਪਿਆ, ਕੀਤੇ ਕਰਮ ਨੂੰ ਨਿਸਫਲ ਗਵਾਉਂਦਾ ਪਿਆ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਕਰਕੇ ਨੀਚ ਸਦਾਵਨਾ, ਤਾਂ ਪ੍ਰਭ ਲੇਖੈ ਅੰਦਰ ਪਾਈ, ਕਲਯੁਗ ਨਾਵੈ ਕੀ ਵਡਿਆਈ। ਕਲਯੁਗ ਦੇ ਵਿੱਚ ਨਾਮ ਦੀ ਵਡਿਆਈ ਹੈ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਤੇ ਬਚਨ ਕਹਿੰਦੇ, ਅਥਰਵਨ ਵੇਦ ਵੀ ਇਹ ਗੱਲ ਕਹਿੰਦਾ ਪਿਆ ਵੀ ਕਲਯੁਗ ਦੇ ਵਿੱਚ ਨਾਮ ਦੀ ਹੀ ਵਡਿਆਈ ਹੈ। ਜਿਹੜਾ ਨਾਮ ਜਪੇਗਾ ਉਹ ਮੁਕਤ ਹੋ ਜਾਏਗਾ। ਹਮ ਤੇ ਕਿਛੂ ਨਾ ਹੋਏ ਮੇਰੇ ਸੁਆਮੀ, ਕਰ ਕਿਰਪਾ ਆਪਣਾ ਨਾਮ ਦੇਹੋ। ਮੇਰੇ ਤੋਂ ਕੁਝ ਨਹੀਂ ਹੋ ਸਕਦਾ, ਮੇਰੇ ਤੇ ਤਰਸੇ ਕਰ ਦਿਓ, ਮੈਨੂੰ ਆਪਣੇ ਨਾਮ ਦੀ ਦਾਤ ਮੇਰੀ ਝੋਲੀ ਪਾ ਦਿਓ, ਤਾਂ ਕਿ ਮੈਂ ਮੁਕਤ ਹੋ ਜਾਣਾ ਕਰਾਂ। ਰਹਾਓ ਅਗਨ ਕੁਟੰਬ ਸਾਗਰ ਸੰਸਾਰ। ਲੱਗੇ ਸੰਸਾਰ ਸਾਗਰ ਦੇ ਅੰਦਰ ਇਹ ਜਿਹੜਾ ਪਰਿਵਾਰ ਹੈ, ਇਹ ਤ੍ਰਿਸ਼ਨਾ ਰੂਪੀ ਅੱਗ ਵਰਗਾ ਹੈ। ਤ੍ਰਿਸ਼ਨਾ ਦੀ ਅੱਗ ਜਿਹੜੀ ਹੈ ਨਾ, ਉਹ ਬੁਝਦੀ ਨਹੀਂ ਹੈ। ਤ੍ਰਿਸ਼ਨਾ ਦੀ ਅੱਗ ਕਹਿ ਲਓ, ਲੱਕੜਾਂ ਦੀ ਅੱਗ ਕਹਿ ਲਓ, ਲੱਕੜਾਂ ਜਿੰਨੀਆਂ ਮਰਜ਼ੀ ਪਾਈ ਜਾਓ, ਅੱਗ ਕਦੇ ਰੱਜਦੀ ਨਹੀਂ ਹੈ। ਤ੍ਰਿਸ਼ਨਾ ਜਿਹੜੀ ਹੈ ਇਹ ਵੀ ਅੱਗ ਵਰਗੀ ਹੈ, ਜਿੰਨੇ ਮਰਜ਼ੀ ਪਦਾਰਥ ਹੋ ਜਾਣ, ਕਦੇ ਵੀ ਇਹ ਅੱਗ ਬੁਝਦੀ ਨਹੀਂ। ਤੇ ਮਹਾਰਾਜ ਨੇ ਇੱਥੇ ਲਿਖਿਆ ਤੇਰਾ ਪਰਿਵਾਰ ਤੇ ਤ੍ਰਿਸ਼ਨਾ ਦੀ ਅੱਗ ਵਰਗਾ ਹੈ। ਪਰਿਵਾਰ ਨੂੰ 10 ਸੂਟ ਲੈ ਕੇ ਦੇ ਦੇ, ਪਰਿਵਾਰ ਫਿਰ ਵੀ ਨਹੀਂ ਰੱਜੇਗਾ। 20 ਗਹਿਣੇ ਲੈ ਕੇ ਦੇ ਦੇ, ਨਹੀਂ ਰੱਜੇਗਾ। 20 ਗੱਡੀਆਂ ਲੈ ਕੇ ਦੇ ਦੇ, ਨਹੀਂ ਰੱਜੇਗਾ। 20 ਘਰ ਲੈ ਕੇ ਦੇ ਦੇ, ਨਹੀਂ ਰੱਜੇਗਾ। ਪੁੱਤਰ ਦੀਆਂ ਮੰਗਾਂ ਵੱਖਰੀਆਂ ਨੇ, ਧੀ ਦੀਆਂ ਮੰਗਾਂ ਵੱਖਰੀਆਂ ਨੇ, ਕੁੜਮਾਚਾਰੀ ਦੀਆਂ ਮੰਗਾਂ ਵੱਖਰੀਆਂ ਨੇ, ਘਰਵਾਲੀ ਦੀਆਂ ਮੰਗ ਵੱਖਰੀ ਹੈ, ਘਰ ਵਾਲੇ ਦੀ ਮੰਗ ਵੱਖਰੀ ਹੈ, ਭੈਣਾਂ ਭਰਾਵਾਂ ਦੀਆਂ ਮੰਗਾਂ ਵੱਖਰੀਆਂ ਨੇ। ਜਿੰਨੇ ਮਰਜ਼ੀ ਪਦਾਰਥ ਤੂੰ ਖਰੀਦ ਕੇ ਲਿਆ ਕੇ ਮਿਹਨਤ ਕਰ ਕਰਕੇ ਦਈ ਚੱਲ, ਤੇਰੇ ਪਰਿਵਾਰ ਨੇ ਕਦੇ ਨਹੀਂ ਤੈਨੂੰ ਕਹਿਣਾ ਵੀ ਬਸ ਬਸ ਸ਼ਾਬਾਸ਼ ਮੈਸੀ ਤੇ ਰੱਜ ਗਏ, ਨਹੀਂ ਰੱਜਣਗੇ। ਸਗੋਂ ਤੈਨੂੰ ਉਲਾਂਭਾ ਹੀ ਦੇਣਗੇ, ਮਿਹਣਾ ਹੀ ਮਾਰਨਗੇ, ਫਲਾਣੇ ਸਮੇਂ ਤੇ ਫਲਾਣੀ ਚੀਜ਼ ਨਹੀਂ ਮਿਲੀ। ਮਹਾਰਾਜ ਕਹਿਣ ਲੱਗੇ ਪਰਿਵਾਰ ਦੀ ਭੁੱਖ ਤੇ ਤ੍ਰਿਸ਼ਨਾ ਦੀ ਅੱਗ ਹੈ। ਸਾਡੇ ਘਰਾਂ ਵਿੱਚ ਇਸੇ ਤਰ੍ਹਾਂ ਹੁੰਦਾ ਹੈ। ਮਾਂ ਬਾਪ ਸਾਰੀ ਉਮਰ ਕਮਾਈ ਕਰਦਿਆਂ ਲਾ ਦਿੰਦੇ, ਬੱਚਿਆਂ ਦੀਆਂ ਨਿੱਕੀਆਂ ਵੱਡੀਆਂ ਲੋੜਾਂ ਆਪ ਦੁਖੀ ਹੋ ਕੇ, ਸੁਖੀ ਹੋ ਕੇ, ਭੁੱਖੇ ਪਿਆਸੇ ਰਹਿ ਕੇ, ਤੰਗੀ ਵਿੱਚ ਰਹਿ ਕੇ ਪੂਰੀਆਂ ਕਰਦੇ। ਪਰ ਬੱਚਿਆਂ ਦਾ ਜਵਾਬ ਹੁੰਦਾ ਮੇਰੇ ਵਾਸਤੇ ਕੀਤਾ ਕੀ ਹੈ, ਮੇਰੀ ਤੇ ਫਲਾਣੀ ਲੋੜ ਨਹੀਂ ਪੂਰੀ ਕੀਤੀ, ਦੂਸਰੇ ਦੇ ਮਾਂ ਬਾਪ ਨੇ ਕੀਤੀ ਹੈ, ਤੁਸੀਂ ਨਹੀਂ ਕੀਤੀ ਹੈ।
ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ, ਪਰਿਵਾਰ ਦੀਆਂ ਲੋੜਾਂ ਤੇ ਗੁਰਮੁਖਾ ਤ੍ਰਿਸ਼ਨਾ ਦੀ ਅੱਗ ਵਰਗੀਆਂ ਕਦੇ ਵੀ ਪੂਰੀਆਂ ਨਹੀਂ ਹੁੰਦੀਆਂ। ਭਾਵੇਂ ਤੂੰ ਆਪਣੇ ਆਪ ਨੂੰ ਵੀ ਜਾ ਕੇ ਵੇਚ ਦੇ ਤਾਂ ਵੀ ਨਹੀਂ ਪੂਰੀਆਂ ਹੋਣੀਆਂ, ਤੇ ਤੇਰੇ ਤੇ ਖੁਸ਼ ਤਾਂ ਵੀ ਨਹੀਂ ਕਿਸੇ ਨੇ ਹੋਣਾ ਹੈ। ਭਰਮ ਮੋਹ ਅਗਿਆਨ ਅੰਧਾਰ, ਇਸ ਦੇ ਵਿੱਚ ਭਰਮ ਤੇ ਮੋਹ ਦਾ ਅਗਿਆਨਤਾ ਰੂਪੀ ਹਨੇਰਾ ਹੈ। ਸੰਸਾਰ ਵਿੱਚ, ਪਰਿਵਾਰ ਵਿੱਚ ਐਸਾ ਹਨੇਰਾ ਛਾਇਆ ਹੋਇਆ। ਫਿਰ ਮਹਾਰਾਜ ਇਸ ਤੋਂ ਪਹਿਲੀ ਪੰਕਤੀ ਬਖਸ਼ਿਸ਼ ਕਰਦੇ ਹਨ, ਅਗਨ ਕੁਟੰਬ ਸਾਗਰ ਸੰਸਾਰ। ਇਹ ਜਿਹੜਾ ਸੰਸਾਰ ਹੈ ਭਾਈ, ਇਹ ਸਾਗਰ ਸਮੁੰਦਰ ਵਰਗਾ ਹੈ। ਤੇ ਵਿਦਵਾਨਾਂ ਨੇ ਲਿਖਿਆ ਵੀ ਸਮੁੰਦਰ ਦੇ ਵਿੱਚ ਇੱਕ ਬੜਵਾ ਨਲ ਨਾਮ ਦੀ ਅੱਗ ਬਲਦੀ ਹੈ, ਜਿਹਦੇ ਵਿੱਚ 9999 ਨਦੀਆਂ ਦਾ ਪਾਣੀ ਪੈਂਦਾ ਸਮੁੰਦਰ ਦੇ ਵਿੱਚ, ਪਰ ਪਾਣੀ ਸਮੁੰਦਰ ਤੋਂ ਬਾਹਰ ਨਹੀਂ ਨਿਕਲਦਾ। ਉਹਦਾ ਕਾਰਨ ਇਹ ਹੈ ਵੀ ਉਹਦੇ ਵਿੱਚ ਇੱਕ ਬੜਵਾ ਨਲ ਨਾਮ ਦੀ ਅੱਗ ਬਲਦੀ ਹੈ, ਜਿਹੜੀ ਇੰਨੇ ਪਾਣੀ ਨੂੰ ਆਪਣੇ ਵਿੱਚ ਸਾੜੀ ਜਾਂਦੀ ਹੈ, ਆਪਣੇ ਵਿੱਚ ਸਮੇਟੀ ਜਾਂਦੀ ਹੈ। ਤੇ ਉਹ ਬੜਵਾ ਨਲ ਅਗਨੀ ਬੁਝਦੀ ਨਹੀਂ ਹੈ ਕਦੇ, ਤੇ ਨਾ ਹੀ ਕਦੇ ਰੱਜਦੀ ਹੈ। 7 ਸਮੁੰਦਰਾਂ ਦਾ ਪਾਣੀ ਵੀ ਉਸ ਅੱਗ ਨੂੰ ਥੋੜ੍ਹਾ ਹੈ, ਇੰਨਾ ਪਾਣੀ ਸਾੜਨ ਵਾਲੀ ਉਹ ਅੱਗ ਰੱਜਦੀ ਨਹੀਂ। ਮਹਾਰਾਜ ਕਹਿਣ ਲੱਗੇ, ਉਹ ਭਾਈ ਗੁਰਮੁਖਾ, ਇਹ ਸੰਸਾਰ ਵਿੱਚ ਰਹਿਣਾ, ਇੱਥੇ ਵੀ ਬੜਵਾ ਨਲ ਅੱਗ ਇਹ ਹੈ, ਤੈਨੂੰ ਤੇ ਤੇਰੇ ਪਰਿਵਾਰ ਨੂੰ ਪਦਾਰਥਾਂ ਦੇ ਨਾਲ ਰੱਜਣ ਨਹੀਂ ਦੇਵੇਗੀ। ਨਾ ਤੂੰ ਰੱਜੇਗਾ, ਨਾ ਪਰਿਵਾਰ ਰੱਜੇਗਾ। ਇੱਥੇ ਬੜਵਾ ਨਲ ਅੱਗ ਤੇਰੇ ਪਰਿਵਾਰ ਵਿੱਚ ਵੀ ਬਲਦੀ ਪਈ ਹੈ, ਜਿਹੜੀ ਕਿ ਰੱਜਣ ਵਾਲੀ ਨਹੀਂ। ਜਿਵੇਂ 7 ਸਮੁੰਦਰਾਂ ਦਾ ਪਾਣੀ ਖਾ ਕੇ ਵੀ ਬੜਵਾ ਨਲ ਅਗਨੀ ਰੱਜਦੀ ਨਹੀਂ ਪਈ ਹੈ, ਤੇਰੀ ਸਾਰੀ ਜ਼ਿੰਦਗੀ ਪਰਿਵਾਰ ਦੀਆਂ ਪੁਸ਼ਤਾਂ ਦੀ ਕੀਤੀ ਹੋਈ ਕਮਾਈ ਦੇ ਨਾਲ ਵੀ ਤੇਰਾ ਪਰਿਵਾਰ ਰੱਜਣ ਵਾਲਾ ਨਹੀਂ। ਇਸ ਤਰ੍ਹਾਂ ਦੀ ਇਸ ਦੀ ਭੁੱਖ ਵਧੀ ਹੋਈ ਹੈ। ਭਰਮ ਮੋਹ ਅਗਿਆਨ ਅੰਧਾਰ, ਗੁਰਮੁਖੋ ਘੁੰਮਣ ਘੇਰੀਆਂ ਹੁੰਦੀਆਂ ਨੇ, ਤੇਰੇ ਪਰਿਵਾਰ ਦੇ ਵਿੱਚ ਘੁੰਮਣ ਘੇਰੀ ਹੈ, ਮੋਹ ਰੂਪੀ ਘੁੰਮਣ ਘੇਰੀ ਹੈ। ਮੋਹ ਦੇ ਵਿੱਚ ਬੰਦਾ ਵਾਰ-ਵਾਰ ਘੁੰਮ ਕੇ ਫਿਰ ਉੱਥੇ ਹੀ ਆਈ ਜਾਂਦਾ ਹੈ। ਪੁੱਤਰ ਧੀਆਂ, ਪਰਿਵਾਰ, ਭੈਣ ਭਰਾ, ਮਾਤਾ ਪਿਤਾ ਜਿੰਨੀਆਂ ਮਰਜ਼ੀ ਲਾਹਣਤਾਂ ਪਾਉਣ, ਜਿੰਨੀਆਂ ਮਰਜ਼ੀ ਗਾਲਾਂ ਦੇਣ, ਜਿੰਨਾ ਮਰਜ਼ੀ ਮਾਣ ਅਪਮਾਨ ਕਰਨ, ਘੁੰਮ ਕੇ ਫਿਰ ਉਹਨਾਂ ਦੇ ਦਰਵਾਜ਼ੇ 'ਤੇ ਹੀ ਆਵੇਗਾ। ਇਹ ਮੈਨੂੰ ਮਾੜਾ ਕਹਿਣ ਤੇ ਬੁਰਾ ਨਹੀਂ ਲੱਗਦਾ, ਪਰ ਦੁਨੀਆ ਨਾ ਕਵੇ। ਇਹ ਕੀ ਹੈ? ਮੋਹ ਹੈ। ਕਹਿਣ ਲੱਗੇ ਮੋਹ ਦੀ ਘੁੰਮਣ ਘੇਰੀ ਹੈ। ਇਸ ਮੋਹ ਦੀ ਘੁੰਮਣ ਘੇਰੀ ਵਿੱਚ, ਅਗਿਆਨਤਾ ਦੇ ਹਨੇਰੇ ਵਿੱਚ ਇਹ ਜੀਵ ਖੁੱਭਿਆ ਹੋਇਆ ਹੈ। ਊਚ ਨੀਚ ਸੁਖ ਦੁਖ, ਪਾਤਸ਼ਾਹ ਕਹਿਣ ਲੱਗੇ, ਉੱਚੀਆਂ ਜੂਨਾਂ ਵਿੱਚ ਜਾ ਕੇ ਸੁੱਖ ਭੋਗਦਾ ਹੈ, ਉੱਚੀਆਂ ਥਾਵਾਂ ਤੇ ਜਾ ਕੇ ਸੁੱਖ ਲੈਂਦਾ ਹੈ, ਨੀਵੀਆਂ ਥਾਵਾਂ ਤੇ ਜਾ ਕੇ ਦੁੱਖ ਲੈਂਦਾ ਹੈ। ਇਸ ਤਰ੍ਹਾਂ ਦੁੱਖ ਤੇ ਸੁੱਖ ਵਿੱਚ ਡੁੱਬਿਆ ਹੋਇਆ। ਫਿਰ ਬਖਸ਼ਿਸ਼ ਕਰਦੇ ਹਨ, ਊਚ ਨੀਚ ਸੁਖ ਦੁਖ, ਚੰਗੇ ਉੱਚੇ ਕਰਮ ਕਰਕੇ ਉੱਚੀਆਂ ਜੂਨਾਂ ਵਿੱਚ ਪੈ ਕੇ ਜਨਮਾਂ ਦੇ ਸੁੱਖ ਲੈਂਦਾ ਹੈ, ਨੀਵੇਂ ਕਰਮ ਕਰਕੇ, ਪਾਪ ਕਰਕੇ ਨੀਵੀਆਂ ਜੂਨੀਆਂ ਵਿੱਚ ਪੈ ਕੇ ਦੁੱਖ ਲੈਂਦਾ ਹੈ। ਇਹ ਵਾਰ-ਵਾਰ ਦੁੱਖਾਂ ਤੇ ਸੁੱਖਾਂ ਵਿੱਚ ਇਹ ਜੀਵ ਪਿਆ ਹੋਇਆ ਹੈ। ਫਿਰ ਬਖਸ਼ਿਸ਼ ਕਰਦੇ ਹਨ, ਊਚ ਨੀਚ ਸੁਖ ਦੁਖ। ਊਚ ਨੀਚ ਕੀ ਹੈ? ਸੰਕਲਪ। ਚੰਗੇ ਸੰਕਲਪ ਕਰਕੇ, ਉੱਚੇ ਸੰਕਲਪ ਕਰਕੇ ਇੱਥੇ ਸੁੱਖ ਲੈਂਦਾ ਪਿਆ, ਨੀਚ ਨੀਵੇਂ ਸੰਕਲਪ ਕਰਕੇ ਵੀ ਇੱਥੇ ਹੀ ਦੁੱਖ ਲੈਂਦਾ ਪਿਆ। ਸੰਕਲਪ ਗੁਰਮੁਖੋ ਕਹਿੰਦੇ ਫੁਰਨੇ ਨੂੰ, ਚੰਗੇ ਫੁਰਨੇ ਕਰਕੇ ਇੱਥੇ ਸੁੱਖ ਹੈ, ਮਾੜੇ ਫੁਰਨੇ ਕਰਕੇ ਇੱਥੇ ਦੁੱਖ ਹੈ। ਇਹ ਵਾਰ-ਵਾਰ ਦੁੱਖ ਤੇ ਸੁੱਖ ਵਿੱਚ ਪੈਂਦਾ ਹੈ। ਤ੍ਰਾਪਸ ਨਾਹੀ ਤ੍ਰਿਸ਼ਨਾ ਭੂਖ, ਇਹਦੀ ਤ੍ਰਿਸ਼ਨਾ ਰੂਪੀ ਭੁੱਖ ਰੱਜਦੀ ਨਹੀਂ ਹੈ। ਐਸੀ ਤ੍ਰਿਸ਼ਨਾ ਦੀ ਭੁੱਖ ਹੈ, ਕਦੇ ਵੀ ਰੱਜਣ ਵਾਲੀ ਨਹੀਂ ਹੈ। ਮਨ ਬਾਸਨਾ ਰਚ ਵਿਖੈ ਬਿਆਦ, ਮਨ ਦੇ ਵਿੱਚ ਵਿਸ਼ੇ ਵਿਕਾਰਾਂ ਦੀ ਵਾਸ਼ਨਾ ਇਹੋ ਜਿਹੀ ਹੈ, ਉਹਦੇ ਵਿੱਚ ਰਚਿਆ ਹੋਇਆ, ਫਸਿਆ ਹੋਇਆ, ਵਿਕਾਰਾਂ ਵਿੱਚ ਕਦੇ ਰੱਜਣ ਵਾਲਾ ਨਹੀਂ। ਵਿਕਾਰ ਇੰਨਾ ਚੰਗਾ ਲੱਗਦਾ ਵੀ ਭੱਜ ਕੇ ਵਿਕਾਰ ਦੇ ਵੱਲ ਜਾਂਦਾ ਹੈ, ਕਿਉਂਕਿ ਮਨ ਦੇ ਵਿੱਚ ਵਿਸ਼ੇ ਵਿਕਾਰ ਰਚੇ ਹੋਏ ਨੇ। ਨਿੰਦਿਆ, ਚੁਗਲੀ, ਝੂਠ, ਫਰੇਬ, ਠੱਗੀ, ਧੋਖਾ, ਯਾਰੀ, ਇਹ ਸਾਰੇ ਵਿਕਾਰ ਹੀ ਨੇ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਵਿਸ਼ੇ, ਇਹਨਾਂ ਵਿੱਚ ਇਹ ਫਸਿਆ ਹੋਇਆ, ਕਦੇ ਇਹਨਾਂ ਤੋਂ ਬਾਹਰ ਨਿਕਲਣ ਦਾ ਯਤਨ ਨਹੀਂ ਕਰਦਾ ਹੈ। ਪੰਚ ਦੂਤ ਸੰਗ ਮਹਾ ਅਸਾਧ, ਜਿਹੜੇ ਦੂਤ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਨਹੀਂ ਸਾਧੇ ਜਾਣ ਵਾਲੇ, ਬੜੇ ਅਸਾਧ ਨੇ, ਬੜੇ ਢੀਠ ਨੇ, ਬੜੇ ਤਾਕਤ ਵਾਲੇ, ਪਰ ਜੀਵ ਇਹਨਾਂ 5 ਵਿਕਾਰਾਂ ਦਾ ਹੀ ਸੰਗ ਕਰਦਾ ਹੈ। ਜੀ ਜਹਾਨ ਪ੍ਰਾਣ ਧਨ ਤੇਰਾ, ਅਕਾਲ ਪੁਰਖ ਇਸ ਜਹਾਨ ਦੇ ਅੰਦਰ ਇਹ ਜੀਵ ਤੇਰਾ ਹੀ ਬਣਾਇਆ ਹੋਇਆ ਹੈ। ਇਹ ਮੇਰੇ ਪ੍ਰਾਣ ਵੀ ਆਪ ਜੀ ਦੇ ਦਿੱਤੇ ਹੋਏ, ਤੇ ਧਨ ਕਹੀਏ ਧਨ ਵੀ ਆਪ ਜੀ ਦਾ ਦਿੱਤਾ ਹੋਇਆ ਹੈ। ਨਾਨਕ ਜਾਨ ਸਦਾ ਹਨੇਰਾ, ਗੁਰੂ ਨਾਨਕ ਦੇ ਪਾਤਸ਼ਾਹ ਦੇ 5ਵੇਂ ਰੂਪ ਗੁਰੂ ਅਰਜਨ ਦੇ ਪਾਤਸ਼ਾਹ ਬਖਸ਼ਿਸ਼ ਕਰਦੇ, ਪਰਮਾਤਮਾ ਹਰਿਹਰ ਨੂੰ ਸਦਾ ਆਪਣੇ ਨੇੜੇ ਜਾਣ, ਉਹਨੂੰ ਨੇੜੇ ਜਾਣ ਕੇ ਸ਼ੁਭ ਕਰਿਆ, ਸ਼ੁਭ ਕਰਮ ਕਰਿਆ ਕਰ, ਨਾਮ ਜਪਿਆ ਕਰ, ਤੇਰਾ ਭਲਾ ਹੋਵੇਗਾ।
ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ ਦਿਓ ਸੱਜਣ ਅਸੀਂ ਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲ। ਜੀ ਜਹਾਨ ਪ੍ਰਾਨ ਧਨ ਤੇਰਾ, ਨਾਨਕ ਜਾਨ ਸਦਾ ਹਰ ਨੇਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਵਾਹਿਗੁਰੂ।